ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਸਾਡਾ ਭਾਰਤ ਦਾ ਸੰਵਿਧਾਨ ਜਿਹਦੀ ਪਹਿਲੀ ਇਬਾਰਤ ਹੈ, ਪਹਿਲੀ ਸਿੱਖਿਆ ਹੈ, ਅਸੀਂ ਭਾਰਤ ਦੇ ਲੋਕ, ਵੀ ਦੀ ਪੀਪਲ ਆਫ ਇੰਡੀਆ। ਅਸੀਂ ਯਾਨੀ ਅਸੀਂ ਸਾਰੇ, ਯਾਨੀ ਸਾਡਾ ਏਕਾ, ਸਾਡਾ ਭਾਈਚਾਰਾ, ਸਾਡੀ ਮੁਹੱਬਤ, ਸਾਡੀ ਸਾਂਝੀਵਾਲਤਾ ਜੋ ਹਮੇਸ਼ਾ ਤੋਂ ਪੰਜਾਬ ਦੀ ਧਰਤੀ ਤੋਂ, ਭਾਰਤ ਦੀ ਧਰਤੀ ਤੋਂ ਪੂਰੀ ਦੁਨੀਆ ਨੂੰ ਸੰਦੇਸ਼ ਗਿਆ ਹੈ। ਔਰ ਇਹੀ ਸਾਡੇ ਤਿਉਹਾਰਾਂ ਦਾ ਦੇਸ਼ ਹੈ। ਅਸੀਂ ਆਪਣੇ ਤਿਉਹਾਰਾਂ ਦਾ ਸੰਦੇਸ਼ ਲੈ ਕੇ ਜਾਂਦੇ ਹਾਂ ਪੂਰੀ ਦੁਨੀਆ ਦੇ ਵਿੱਚ, ਔਰ ਪੂਰੀ ਦੁਨੀਆ ਦੇ ਵਿੱਚ ਐਸਾ ਕੋਈ ਹੋਰ ਦੇਸ਼ ਨਹੀਂ ਹੈ ਜਿਹਦੇ ਵਿੱਚ ਇੰਨੇ ਧਰਮਾਂ ਦੇ ਲੋਕ ਰਹਿੰਦੇ ਨੇ, ਜਿਹਦੇ ਵਿੱਚ ਇੰਨੇ ਤਿਉਹਾਰ ਮਨਾਏ ਜਾਂਦੇ ਨੇ, ਔਰ ਅਸੀਂ ਸਾਰੇ ਮਿਲ ਜੁਲ ਕੇ ਇੱਕ ਦੂਜੇ ਦੇ ਨਾਲ ਸਾਰੇ ਤਿਉਹਾਰ ਬੜੇ ਪਿਆਰ ਨਾਲ, ਬੜੀ ਸ਼ਿੱਦਤ ਨਾਲ ਮਨਾਉਂਦੇ ਹਾਂ। ਤੇ ਇੱਕ ਖਾਸ ਤਿਉਹਾਰ ਜੋ ਆਉਣ ਜਾ ਰਿਹਾ ਹੈ ਬਹੁਤ ਜਲਦੀ, ਔਰ ਜਿਸ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ, ਰਮਜ਼ਾਨ ਦਾ ਮੁਬਾਰਕ ਮਹੀਨਾ। ਔਰ ਜਿਉਂ-ਜਿਉਂ ਇਹਦੇ ਦਿਨ ਬੀਤਣਗੇ ਅਸੀਂ ਰਮਜ਼ਾਨ ਦੀ ਈਦ ਵੱਲ ਵਧਾਂਗੇ, ਯਾਨੀ ਕਿ ਈਦ ਉਲ ਫਿਤਰ। ਤਾਂ ਸਾਰੇ ਡੀਡੀ ਪੰਜਾਬੀ ਦੇ ਦਰਸ਼ਕਾਂ ਨੂੰ ਰਮਜ਼ਾਨ ਦੇ ਮਹੀਨੇ ਦੀਆਂ ਬਰਕਤਾਂ ਤੇ ਖੁਸ਼ੀਆਂ ਮੁਬਾਰਕ। ਤੇ ਸਾਡੇ ਨਾਲ ਮੌਜੂਦ ਨੇ ਖਾਸ ਮਹਿਮਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਜੋ ਨਾਇਬ ਸ਼ਾਹੀ ਇਮਾਮ ਨੇ ਜਾਮਾ ਮਸਜਿਦ ਲੁਧਿਆਣਾ ਤੋਂ। ਔਰ ਅੱਜ ਅਸੀਂ ਇਹਨਾਂ ਬਾਰੇ ਸਾਰਾ ਕੁਝ ਜਾਣਨਾ ਹੈ ਕਿ ਇਹ ਕਿਸ ਤਰ੍ਹਾਂ ਇਸ ਤਿਉਹਾਰ ਨੂੰ ਮਨਾ ਰਹੇ ਨੇ ਔਰ ਕਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ। ਸਲਾਮ। ਆਦਾਬ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਰਮਜ਼ਾਨ ਦੇ ਮਹੀਨੇ ਦੀ ਜੀ। ਸੋ ਸਾਡੇ ਬਜ਼ੁਰਗ ਸਾਨੂੰ ਸਮਝਾਉਂਦੇ ਨੇ, ਜਿਉਂ-ਜਿਉਂ ਸਾਡੀ ਨੌਲੇਜ ਵਿੱਚ, ਜਿਵੇਂ-ਜਿਵੇਂ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ, ਤਿਵੇਂ-ਤਿਵੇਂ ਸਾਡੀਆਂ ਖੁਸ਼ੀਆਂ ਦੇ ਵਿੱਚ ਵੀ ਵਾਧਾ ਹੁੰਦਾ ਹੈ। ਸੋ ਬਚਪਨ ਤੋਂ ਹੀ ਦਾਦੀਆਂ ਨਾਨੀਆਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਰਹੀਆਂ ਨੇ ਅਤੇ ਕਹਾਣੀਆਂ ਦੇ ਵਿੱਚ ਸਾਨੂੰ ਗਿਆਨ ਦਿੰਦੀਆਂ ਰਹੀਆਂ ਨੇ, ਸਿੱਖਿਆ ਦਿੰਦੀਆਂ ਰਹੀਆਂ ਨੇ। ਅੱਜ ਸਾਡੀ ਇੱਛਾ ਹੈ ਕਿ ਅੱਜ ਅਸੀਂ ਤੁਹਾਡੇ ਕੋਲੋਂ ਰਮਜ਼ਾਨ ਬਾਰੇ ਸਭ ਕੁਝ ਜਾਣੀਏ। ਤਾਂ ਸਾਡੀ ਇੱਛਾ ਤੁਸੀਂ ਪੂਰੀ ਕਰਨੀ ਹੈ। ਮਤਲਬ ਦਾਦੀ ਨਾਨੀ ਵਾਲਾ ਰੋਲ ਮੈਂ ਅਦਾ ਕਰਨਾ ਹੈ ਜੀ। ਬਿਲਕੁਲ ਅਦਾ ਕਰਨੇ ਜੀ। ਸਾਨੂੰ ਰਮਜ਼ਾਨ ਦੀ ਤੁਸੀਂ ਕਹਾਣੀ ਸੁਣਾਉਣੀ ਹੈ ਤੇ ਅਸੀਂ ਸ਼ੁਰੂਆਤ ਕਰੀਏ ਸਾਡੇ ਦਰਸ਼ਕਾਂ ਲਈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਔਰ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਰਮਜ਼ਾਨ ਸ਼ਰੀਫ ਦਾ ਪਵਿੱਤਰ ਮਹੀਨਾ ਜਿਹੜਾ ਹੈ ਅੱਜ ਸ਼ਾਮ ਤੋਂ ਜਾਂ ਚੰਦ ਨਜ਼ਰ ਨਾ ਆਉਣ 'ਤੇ ਕੱਲ੍ਹ ਸ਼ਾਮ ਤੋਂ ਜਿਹੜਾ ਹੈ ਪੂਰੀ ਦੁਨੀਆ 'ਚ ਸ਼ੁਰੂ ਹੋ ਜਾਏਗਾ। ਰਮਜ਼ਾਨ ਸ਼ਰੀਫ ਦੇ ਰੋਜ਼ੇ ਕਿਉਂ ਰੱਖੇ ਜਾਂਦੇ ਨੇ? ਰਮਜ਼ਾਨ ਕਿੱਦਾਂ ਫਰਜ਼ ਹੋਇਆ? ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਕਿ ਇਸਲਾਮ ਧਰਮ ਦੇ ਬਾਨੀ ਵੀ ਨੇ ਔਰ ਮੁਸਲਮਾਨਾਂ ਦੇ ਆਖਰੀ ਗੁਰੂ ਨੇ, ਉਹਨਾਂ ਨੇ ਰਮਜ਼ਾਨ ਸ਼ਰੀਫ ਰੱਖਣ ਦੇ ਲਈ ਕੀ ਸਿੱਖਿਆਵਾਂ ਸਾਨੂੰ ਦਿੱਤੀਆਂ, ਇਹ ਗੱਲਾਂ ਅੱਜ ਅਸੀਂ ਤੁਹਾਡੇ ਨਾਲ ਡੀਡੀ ਪੰਜਾਬੀ ਦੇ ਜ਼ਰੀਏ ਸਾਂਝੀਆਂ ਕਰਾਂਗੇ। ਤੇ ਮੇਰੇ ਮੇਜ਼ਬਾਨ ਵੀ ਬਹੁਤ ਖੂਬਸੂਰਤ ਅੰਦਾਜ਼ 'ਚ ਤੁਹਾਡੇ ਦਰਮਿਆਨ ਮੌਜੂਦ ਨੇ। ਤੇ ਆਪਾਂ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜੀ ਜਿਹੜਾ ਧਰਮ ਜਿਹੜਾ ਹੈ ਸ਼ੁਰੂ ਕੀਤਾ ਜੀ, ਇਹਦੀ ਮੁੱਢਲੀ ਸਿੱਖਿਆ ਜਿਹੜੀ ਸੀ ਉਹ ਕੀ ਹੈ ਔਰ ਕੀ ਬੁਨਿਆਦੀ ਵਜ੍ਹਾ ਨੇ ਕਿ ਪੂਰੀ ਦੁਨੀਆ ਦੇ ਅਲੱਗ-ਅਲੱਗ ਜ਼ੁਬਾਨ ਔਰ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਜੀ ਘੱਟ ਜਾਂ ਜ਼ਿਆਦਾ ਮੁਸਲਮਾਨ ਪਾਏ ਜਾਂਦੇ ਨੇ। ਮਤਲਬ ਇਹ ਛੋਟੀ ਜਿਹੀ ਉਮਰ 1400 ਸਾਲ ਦਾ ਜਿਹੜਾ ਅਰਸਾ ਹੈ ਜੀ, ਉਹਦੇ ਵਿੱਚ ਵਿਸ਼ਵ ਵਿਆਪੀ ਜਿਹੜਾ ਇੱਕ ਸੰਦੇਸ਼ ਜਿਹੜਾ ਪਿਆਰ ਦਾ ਹੈ ਹਾਂਜੀ, ਉਹਦਾ ਪਹੁੰਚਣ ਦਾ ਰਾਜ਼ ਇਹ ਹੈ ਕਿ ਲੋਕਾਂ ਨੇ ਸਭ ਨੇ ਮਿਲ ਜੁਲ ਕੇ ਕਿਹਾ ਕਿ ਖੁਦਾ ਇੱਕ ਹੈ, ਖੁਦਾ ਇੱਕ ਹੈ। ਔਰ ਫਿਰ ਇਸ ਬਹਾਨੇ ਹਰ ਬੰਦੇ ਨੂੰ ਖੁਦਾ ਬਣ ਲਿਆ। ਤੇ ਮੁਹੰਮਦ ਰਸੂਲullah ਨੇ ਫਿਰ ਲੋਕਾਂ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਇੱਕ ਸ਼ੌਹਰ ਜਿਹੜਾ ਹੈ ਆਦਮੀ, ਉਹ ਚਾਹੁੰਦਾ ਹੈ ਕਿ ਉਹਦੀ ਬੀਵੀ ਉਹਦੀ ਵਫਾਦਾਰ ਰਹੇ। ਬਿਲਕੁਲ। ਤੇ ਬੀਵੀ ਚਾਹੁੰਦੀ ਹੈ ਬੰਦਾ ਮੇਰੇ ਇਲਾਵਾ ਕਿਸੇ ਹੋਰ ਨੂੰ ਨਾ ਦੇਖੇ। ਪਿਓ ਚਾਹੁੰਦਾ ਹੈ ਕਿ ਬੱਚੇ ਉਹਦੇ ਵਫਾਦਾਰ ਹੋਣ। ਮਾਲਕ ਚਾਹੁੰਦਾ ਹੈ ਕਿ ਨੌਕਰ ਉਹਦਾ ਹੀ ਕਹਿਣਾ ਮੰਨੇ ਜੀ। ਤੇ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਤਾਲੀਮ ਦਿੱਤੀ ਕਿ ਜਿਸ ਤਰ੍ਹਾਂ ਤੁਸੀਂ ਦੁਨੀਆ 'ਚ ਵਫਾਦਾਰੀ ਲੱਭਦੇ ਹੋ ਹਾਂਜੀ, ਉਹ ਇੱਕ ਖੁਦਾ ਵੀ ਚਾਹੁੰਦਾ ਹੈ ਕਿ ਬੰਦਾ ਇੱਕ ਰੱਬ ਦੀ ਇਬਾਦਤ ਕਰਨ ਵਾਲਾ ਬਿਲਕੁਲ ਹੋਵੇ, ਤਾਂ ਕਿ ਉਹ ਇੱਕ ਦੇ ਨਾਲ ਜਦ ਜੁੜੇ ਤੇ ਫਿਰ ਸਾਰੀ ਤਵੱਜੋ ਉਹਦੀ ਹੈ ਉਸ ਤਰਫ ਜੁੜੇ। ਤੇ ਜਦ ਉਹਨਾਂ ਨੇ ਗੱਲ ਕਹੀ ਤਾਂ ਲੋਕਾਂ ਨੇ ਪੁੱਛਿਆ ਸਭ ਤੋਂ ਪਹਿਲਾਂ ਕਿ ਯਾ ਰਸੂਲullah ਕਿ ਅਸੀਂ ਤੁਹਾਨੂੰ ਔਰ ਅੱਲਾਹ ਨੂੰ ਮੰਨਦੇ ਹਾਂ, ਕਿ ਹੁਣ ਕਰਨਾ ਕੀ ਹੈ? ਤੇ ਫਰਮਾਇਆ ਹੁਣ ਪੂਰੀ ਦੁਨੀਆ ਦੇ ਲੋਕਾਂ ਨੂੰ ਅਸੀਂ ਬਰਾਬਰੀ ਦਾ ਦਰਜਾ ਦੇਣਾ ਹੈ। ਮਤਲਬ ਕਿਸੇ ਵੀ ਇਨਸਾਨ ਨੂੰ ਜੀ ਅਗਰ ਕੋਈ ਦੂਸਰਾ ਇਨਸਾਨ ਆਪਣੇ ਤੋਂ ਕਮਤਰ ਸਮਝਦਾ ਹੈ ਹਾਂਜੀ, ਤੇ ਇਸਲਾਮ ਨੇ ਉਹਨੂੰ ਕਿਹਾ ਕਿ ਵੀ ਇਹ ਹਜੇ ਈਮਾਨ ਵਾਲਾ ਬੰਦਾ ਨਹੀਂ ਬਣਿਆ। ਤੇ ਜਦ ਦੀਨ ਸ਼ੁਰੂ ਹੋਇਆ ਹਾਂਜੀ, ਤੇ ਉਸ ਦੌਰ ਦੇ ਵਿੱਚ ਮੱਕੇ ਦੀ ਧਰਤੀ ਦੇ
ਬਹੁਤ ਜ਼ਿਆਦਾ ਜ਼ੁਲਮ ਔਰ ਤਸ਼ੱਦਦ ਸੀ। ਜਿੱਦਾਂ ਬੇਟੀ ਜੰਮਦੀ ਸੀ ਲੋਕੀ ਰੇਤੇ 'ਚ ਦੱਬੇ ਆਉਂਦੇ ਸੀ ਵੀ ਕਿਸੇ ਨੂੰ ਜਵਾਈ ਬਣਾਉਣਾ ਪਏਗਾ। ਓ ਹੋ ਕੋਈ ਖਾਨਦਾਨ ਦੀ ਲੜਾਈ ਸ਼ੁਰੂ ਹੋ ਗਈ, ਉਹ ਦਾਦੇ ਪੋਤੇ ਤੱਕ ਲੜਦੇ ਸੀਗੇ ਕਿ ਵੀ ਸਾਡੇ ਪੁਰਖਾਂ ਨੂੰ ਮਾਰਿਆ ਸੀ, ਅਸੀਂ ਇਹਨੂੰ ਮਾਰਨਾ ਹੈ। ਜੀ ਜੀ। ਤੇ ਜਗੀਰਦਾਰਾ ਸਿਸਟਮ ਐਸਾ ਸੀਗਾ ਕਿ 90% ਲੋਕ ਜਿਹੜੇ ਸੀ ਉਹ ਸਿਰਫ ਖੱਤਿਆਂ 'ਚ ਕੰਮ ਕਰਦੇ ਸੀ, ਉਹਨਾਂ ਨੂੰ ਇਹ ਹੱਕ ਨਹੀਂ ਸੀ ਕਿ ਉਹ ਕਿਤੇ ਹੋਰ ਜਾ ਕੇ ਆਪਣੇ ਰੋਜ਼ੀ ਕਮਾ ਸਕਣ। ਬੰਧਵਾ ਮਜ਼ਦੂਰੀ ਜਿਹਨੂੰ ਆਪਾਂ ਕਹਿੰਦੇ ਹਾਂ। ਔਰ ਇਹ ਹਾਲਤ ਸਿਰਫ ਮੱਕੇ ਦੀ ਨਹੀਂ ਸੀ, ਮੱਕੇ ਤੋਂ ਯਸ਼ਰਬ ਜਿਹਨੂੰ ਅੱਜ ਮਦੀਨਾ ਕਹਿੰਦੇ ਹੋ, ਯਸ਼ਰਬ ਤੋਂ ਕੈਸਰੋ ਕਿਸਰਾ ਜਿਹਨੂੰ ਅੱਜ ਤੁਸੀਂ ਈਰਾਨ ਇਰਾਕ ਕਹਿੰਦੇ ਹੋ, ਕੈਸਰੋ ਕਿਸਰਾ ਤੋਂ ਜਿਹਨੂੰ ਸਾਊਥ ਅਫਰੀਕਾ ਅੱਜ ਦੇ ਦੌਰ 'ਚ ਕਿਹਾ ਜਾਂਦਾ, ਉੱਥੋਂ ਨਈ ਦੁਨੀਆ। ਅਗਰ ਅਸੀਂ ਵਿਸ਼ਵ ਦਾ ਇਤਿਹਾਸ ਚੱਕਦੇ ਹਾਂ ਤਾਂ ਇਨਸਾਨਾਂ ਨੂੰ 2% ਇਨਸਾਨਾਂ ਨੇ ਆਪਣਾ ਗੁਲਾਮ ਬਣਾਇਆ। ਹਾਂਜੀ। ਤੇ ਮੁਹੰਮਦ ਰਸੂਲullah ਨੇ ਇਹ ਮੁੱਢਲੀ ਸਿੱਖਿਆ ਸਾਨੂੰ ਦਿੱਤੀ ਕਿ ਇੱਕ ਖੁਦਾ ਦੇ ਨਾਲ ਵਫਾਦਾਰੀ ਦੇ ਨਾਲ ਅਗਰ ਅਸੀਂ ਆਪਸ 'ਚ ਵਫਾਦਾਰੀ ਲੱਭਦੇ ਹਾਂ ਤੇ ਰੱਬ ਨਾਲ ਵਫਾਦਾਰੀ ਕਰੀਏ। ਲੇਕਿਨ ਖੁਦਾ ਨਾਲ ਵਫਾਦਾਰੀ ਤੋਂ ਪਹਿਲਾਂ ਉਹਨਾਂ ਨੇ ਕਿਹਾ ਅਗਰ ਤੁਸੀਂ ਇਨਸਾਨਾਂ ਨਾਲ ਪਿਆਰ ਨਹੀਂ ਕਰਦੇ ਤੇ ਖੁਦਾ ਦੇ ਨਾਲ ਪਿਆਰ ਨਹੀਂ ਕਰ ਸਕਦੇ। ਜੀ। ਜੋ ਤੁਸੀਂ ਗੁਲਾਮਾਂ ਦਾ ਜ਼ਿਕਰ ਕੀਤਾ ਹੈ ਜੀ, ਔਰ ਕਿਤੇ ਨਾ ਕਿਤੇ ਇਹ ਵੀ ਸੰਦੇਸ਼ ਹੈ ਕਿ ਅਸੀਂ ਇਨਸਾਨ ਨੂੰ ਗੁਲਾਮੀ ਤੋਂ ਨਿਜਾਤ ਦਿਲਵਾਉਣੀ ਹੈ, ਗੁਲਾਮੀ ਤੋਂ ਆਜ਼ਾਦ ਕਰਨਾ ਹੈ। ਤੇ ਜਦੋਂ ਅਸੀਂ ਆਉਨੇ ਹਾਂ ਰਮਜ਼ਾਨ ਦੇ ਮੁਬਾਰਕ ਮਹੀਨੇ ਵੱਲ ਜੀ, ਤਾਂ ਇਸ ਦੀ ਸ਼ੁਰੂਆਤ ਅਸੀਂ ਕਦੋਂ ਤੋਂ ਮੰਨ ਸਕਦੇ ਹਾਂ ਔਰ ਇਸ ਨੂੰ ਕੀ ਅਕੀਦਾ ਹੈ, ਕਿਸ ਤਰ੍ਹਾਂ ਅਸੀਂ ਮਨਾਉਂਦੇ ਹਾਂ, ਕੀ ਪ੍ਰੋਸੈਸ ਹੈ, ਕਿਸ ਤਰ੍ਹਾਂ ਹਰ ਇਨਸਾਨ ਮਨਾਉਂਦਾ ਹੈ? ਇੱਦਾਂ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਪੂਰੇ ਵਿਸ਼ਵ ਵਿੱਚ 2 ਤਰ੍ਹਾਂ ਡੇਟ ਚੱਲਦੀ ਹੈ। ਮੈਂ ਨਾਲ ਦੀ ਨਾਲ ਕਿਉਂਕਿ ਆਪਾਂ ਦਾਦੀ ਨਾਨੀਆਂ ਦੇ ਸਟਾਈਲ ਤੇ ਚੱਲਦੇ ਤੇ ਕੁਝ ਉੱਦਾਂ ਵਾਧਾ ਹੁੰਦਾ ਜਾਵੇ। ਜੀ, ਤੁਸੀਂ ਸਾਡੇ ਬਜ਼ੁਰਗ ਹੋ। ਤੇ 2 ਤਰ੍ਹਾਂ ਦੁਨੀਆ 'ਚ ਡੇਟ ਚੱਲਦੀ ਹੈ। ਇੱਕ ਨੂੰ ਕਹਿੰਦੇ ਸ਼ਮਸੀ ਤਾਰੀਖ, ਇੱਕ ਨੂੰ ਕਹਿੰਦੇ ਕਮਰੀ। ਸ਼ਮਸੀ ਤੋਂ ਮਤਲਬ ਸੂਰਜ ਦੀ ਜਿਹੜੀ ਚਾਲ ਹੈ ਉਹਦੇ ਮੁਤਾਬਕ ਅਸੀਂ ਜਿਹੜੀਆਂ ਅੰਗਰੇਜ਼ੀ ਡੇਟਾਂ ਹੈ ਇਹ ਸ਼ਮਸੀ ਤਾਰੀਖ ਹੈ, ਸੋਲਰ ਕੈਲੰਡਰ। ਹਾਂ, ਜਿਹਨੂੰ ਅਸੀਂ ਕਹਿੰਦੇ ਵੀ ਸੂਰਜ ਦੀ ਚਾਲ ਦੇ ਮੁਤਾਬਕ ਚੱਲ ਰਿਹਾ। ਬਿਲਕੁਲ। ਔਰ ਸੂਰਜ ਦੀ ਚਾਲ 'ਚ ਕਦੀ ਫਰਕ ਜ਼ਿਆਦਾ ਨਹੀਂ ਪੈਂਦਾ, ਕਦੀ ਗ੍ਰਹਿਣ ਲੱਗਿਆ ਤੇ ਖੈਰ ਥੋੜਾ ਬਹੁਤ। ਦੂਸਰੇ ਪਾਸੇ ਕਮਰੀ ਤਾਰੀਖ ਜਿਹਨੂੰ ਅਸੀਂ ਚੰਦ ਦੀ ਤਾਰੀਖ ਕਹਿੰਦੇ, ਲੂਨਰ ਕੈਲੰਡਰ। ਹੁਣ ਚੰਦ ਜਿਹੜਾ ਹੈ ਉਹ ਕਈ ਵਾਰੀ ਨਿਕਲਦਾ ਹੈ ਤੇ ਕਈ ਵਾਰੀ ਨਹੀਂ ਨਿਕਲਦਾ। ਬਿਲਕੁਲ। ਇਸਲਾਮ ਨੇ ਚੰਦ ਦੀ ਤਾਰੀਖ ਨੂੰ ਠੰਡ ਤੋਂ ਮੁਰਾਦ ਲੈ ਕੇ ਕਿ ਮਤਲਬ ਮਿਜ਼ਾਜ 'ਚ ਗਰਮੀ ਨਾ ਆਵੇ, ਮੁਹੱਬਤ ਰਵੇ। ਹਾਂਜੀ। ਤੇ ਕਿਉਂਕਿ ਚੰਦ ਜਿਹੜਾ ਪਿਆਰ ਦੀ ਅਲਾਮਤ ਵੀ ਸਮਝਿਆ ਜਾਂਦਾ ਹੈ। ਆਪਾਂ ਕਹਿੰਦੇ ਨੇ ਕੱਲ 14ਵੀਂ ਦਾ ਚਾਂਦ ਥਾ। 14ਵੀਂ ਦਾ ਚਾਂਦ ਉਦੋਂ ਕਹਿੰਦੇ, ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਚੰਦ ਜਦੋਂ 1 ਤਰੀਕ ਨੂੰ ਨਿਕਲਦਾ ਹੈ ਤੇ ਇਹ ਗੋਲ ਬਰੀਕ ਹੁੰਦਾ ਹੈ। ਹਾਂਜੀ, ਬਿਲਕੁਲ। ਜਿੱਦਾਂ 1 2 3 4 ਹੋਏਗਾ ਚੰਦ ਮੋਟਾ ਹੁੰਦਾ ਜਾਏਗਾ। ਜਿੱਦਣ 14 ਤਾਰੀਖ ਹੋਏਗੀ ਚੰਦ ਪੂਰਾ ਗੋਲ ਹੋ ਜਾਏਗਾ, ਤਾਂ ਉਹਨੂੰ ਅਸੀਂ 14ਵੀਂ ਦਾ ਚੰਦ ਕਹਿੰਦੇ। ਤਾਂ ਵਿੱਚ ਇੱਕ ਆਮ ਗੱਲ ਆ ਗਈ। ਤੇ ਇਸਲਾਮ ਨੇ ਕਮਰੀ ਤਾਰੀਖ ਨੂੰ ਮੁੰਤਖਬ ਕੀਤਾ ਆਪਣੇ ਤਿਉਹਾਰਾਂ ਲਈ। ਇਹ ਤਾਰੀਖ ਜਿਹੜੀ ਹੈ ਕਿਉਂਕਿ ਇੱਥੇ ਦੁਨੀਆ ਜੱਦੀ ਬਣੀ ਹੈ ਤੱਦੀ ਚੱਲ ਰਹੀ ਹੈ। ਹਾਂਜੀ। ਲੇਕਿਨ ਅਸੀਂ ਜਿਹੜੀ ਹਿਜਰੀ ਸ਼ੁਰੂ ਕੀਤੀ, ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈहि ਵਸੱਲਮ ਜਦੋਂ ਮੱਕੇ 'ਚ ਪੈਦਾ ਹੋਏ ਉਸ ਤੋਂ ਬਾਅਦ 40 ਸਾਲ ਦੀ ਉਮਰ 'ਚ ਉਹਨਾਂ ਨੂੰ ਨਬੂਅਤ ਮਿਲਦੀ ਹੈ, ਨਬੀ ਬਣਦੇ ਨੇ। ਫਿਰ ਮੱਕੇ ਦੇ ਜਿਹੜੇ ਬੜੇ ਉੱਥੇ ਉਸ ਵੇਲੇ ਦੇ ਜਗੀਰਦਾਰ ਹੈ ਉਹਨਾਂ ਦੇ ਜ਼ੁਲਮ ਕਰਦੇ ਹੈ। ਜਿਸ ਸਾਲ ਉਹ ਮੱਕੇ ਤੋਂ ਮਦੀਨੇ ਨੂੰ ਚਲੇ ਗਏ, ਸ਼ਿਫਟ ਹੋ ਗਏ, ਜਿਹਨੂੰ ਅਸੀਂ ਹਿਜਰਤ ਕਹਿੰਦੇ ਜੀ, ਹਿਜਰਤ ਕਹਿੰਦੇ ਕਿ ਅਗਰ ਕਿਸੇ ਤੇ ਇੰਨਾ ਅਤਿਆਚਾਰ ਹੋਵੇ ਉਹਨੂੰ ਮਜਬੂਰਨ ਆਪਣਾ ਘਰ ਛੱਡਣਾ ਪਏ, ਉਹਨੂੰ ਅਸੀਂ ਹਿਜਰਤ ਕਹਿੰਦੇ। ਬਿਲਕੁਲ। ਜਦ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਸਾਹਿਬ ਨੇ ਹਿਜਰਤ ਕੀਤੀ ਮੱਕੇ ਤੋਂ ਮਦੀਨੇ, ਤੇ ਉਹਨੂੰ ਅਸੀਂ ਉਸ ਤੋਂ ਪਹਿਲਾਂ ਹਿਜਰੀ ਸਨ ਲੈ ਲਿਆ ਕਿ ਵੀ ਇਹ ਇਸਲਾਮ ਦੀ ਅਲੱਗ ਪਹਿਚਾਨ ਅੱਜ ਤੋਂ ਸ਼ੁਰੂ ਹੋ ਗਈ ਕਿਉਂਕਿ ਹਿਜਰਤ ਹੋ ਗਈ। ਹਾਂਜੀ। ਤੇ ਹਿਜਰਤ ਦਾ ਜਿਹੜਾ ਦੂਸਰਾ ਸਾਲ ਹੈ, ਹਾਂਜੀ, ਤੇ ਸ਼ਾਬਾਨ ਇਸਲਾਮੀ ਮਹੀਨਾ ਹੈ, ਅੰਗਰੇਜ਼ੀ ਮਹੀਨਾ ਸਤੰਬਰ ਦਾ ਹੈ ਜੀ। ਇਸਲਾਮੀ ਹਿਜਰੀ 2 ਸਨ ਹੈ, ਅੰਗਰੇਜ਼ੀ ਹਿਜਰੀ 622 ਈਸਵੀ 622 ਈਸਵੀ ਨੂੰ ਪਹਿਲੀ ਵਾਰ ਰਮਜ਼ਾਨ ਦੇ ਜਿਹੜੇ ਰੋਜ਼ੇ ਨੇ ਉਹ ਫਰਜ਼ ਹੋਏ ਜੀ ਮੁਸਲਮਾਨਾਂ। ਇਹਦੀਆਂ ਇਸ ਵਾਰ ਤਰੀਕਾਂ ਕੀ ਆ ਰਹੀਆਂ ਨੇ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸੂਰਜ ਦੀ ਗਤੀ ਤੇ ਚੰਦਰਮਾ ਦੀ ਗਤੀ ਨੂੰ ਲੈ ਕੇ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਤੇ ਕਈ ਵਾਰ 29 ਦਿਨਾਂ ਦਾ ਮਹੀਨਾ ਬਣ ਜਾਂਦਾ, ਕਈ ਵਾਰ 30 ਦਿਨਾਂ ਦਾ ਮਹੀਨਾ ਬਣ ਜਾਂਦਾ। ਤੇ ਇਸ ਵਾਰ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਰਮਜ਼ਾਨ ਦਾ ਮੁਬਾਰਕ ਮਹੀਨਾ? ਜਿਹੜਾ ਚੰਦ ਹੈ ਨਾ, ਹਾਂਜੀ, ਇਹ ਹਰ ਸਾਲ 10 ਦਿਨ ਦਾ ਘਟਾਉਂਦਾ ਹੈ ਸਾਲ ਦੇ ਵਿੱਚ। ਹਾਂਜੀ। ਮਿਸਾਲ ਦੇ ਤੌਰ ਤੇ ਜਦੋਂ ਅਸੀਂ ਛੋਟੇ ਸੀਗੇ ਸਰਦੀਆਂ 'ਚ ਰੋਜ਼ੇ ਸੀਗੇ, ਹਾਂਜੀ, ਫਿਰ ਸ਼ਿੱਦਤ ਦੀ ਗਰਮੀ 'ਚ ਆ ਗਏ, ਹੁਣ ਹਰ ਸਾਲ 10 ਦਿਨ ਘਟ ਰਹੇ ਨੇ ਜੀ। ਤੇ ਐਤਕੀ ਰਮਜ਼ਾਨ ਸ਼ਰੀਫ ਜਿਹੜਾ ਹੈ ਉਹ ਆਪਣਾ ਅੱਜ 13 ਤਾਰੀਖ ਹੈ ਜੀ। ਨਹੀਂ, ਕੱਲ 13 ਤਾਰੀਖ ਹੈ, ਅੱਜ 12 ਹੈ। ਹਾਂ, ਅੱਜ 12 ਤਾਰੀਖ ਹੈ ਤੇ ਐਤਕੀ ਫਿਰ 13 ਅਪ੍ਰੈਲ ਤੋਂ ਰਮਜ਼ਾਨ ਸ਼ਰੀਫ ਜਿਹੜਾ ਹੈ ਉਹ ਸ਼ੁਰੂ ਹੋਏਗਾ। ਅਸੀਂ ਸ਼ਾਬਾਨ ਜਿਹੜਾ ਇਸਲਾਮੀ ਮਹੀਨਾ ਹੈ ਉਹਦੀ 29 ਤਰੀਕ ਨੂੰ ਚੰਦ ਦੇਖਣਾ ਹੈ। ਹਾਂਜੀ। ਅੱਜ ਸ਼ਾਬਾਨ ਦੀ 29 ਹੈ ਜੀ, ਜਿਹੜੀ 12 ਅਪ੍ਰੈਲ ਹੈ ਇਹ ਸ਼ਾਬਾਨ ਦੀ 29 ਹੈ। 1442 ਹਿਜਰੀ ਹੁਣ ਚੱਲਦੀ ਪਈ ਹੈ, ਇੱਧਰ 2021।
ਅੱਜ ਸ਼ਾਮੀ ਚੰਦ ਦੇਖਾਂਗੇ, ਅਗਰ ਚੰਦ ਨਜ਼ਰ ਆ ਗਿਆ ਤੇ ਅੱਜ ਰਾਤ ਤੋਂ ਇੱਕ ਨਮਾਜ਼ ਹੁੰਦੀ, ਉਹਨੂੰ ਨਮਾਜ਼ੇ ਤਰਾਵੀ ਕਹਿੰਦੇ ਜੀ, ਉਹ ਸ਼ੁਰੂ ਹੋ ਜਾਏਗੀ ਤੇ ਪਹਿਲਾ ਰੋਜ਼ਾ ਕੱਲ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਰੱਖਿਆ ਜਾਏਗਾ ਜੀ। ਯਾਨੀ ਕਿ ਕੱਲ ਵਿਸਾਖੀ ਦੇ ਦਿਨ ਤੋਂ ਪਹਿਲਾ ਰੋਜ਼ਾ ਹੈ, ਪਹਿਲਾ ਰੋਜ਼ਾ ਆ ਰਿਹਾ ਹਾਂਜੀ, ਹੈ। ਇੰਸ਼ਾ ਇਹ ਤਾਂ ਬਹੁਤ ਮੁਬਾਰਕ ਦਿਨ ਹੈ ਜੀ। ਸੋ ਜਦੋਂ ਅਸੀਂ ਇਸਲਾਮ ਦੀ ਫਿਲਾਸਫੀ ਬਾਰੇ ਗੱਲ ਕਰਾਂਗੇ, ਕਿਉਂਕਿ ਹਰ ਗੱਲ ਦੇ ਪਿੱਛੇ, ਹਰ ਕੰਮ ਦੇ ਪਿੱਛੇ ਫਿਲਾਸਫੀ ਹੈ ਜੀ। ਤਾਂ ਕਿਸ ਚੀਜ਼ ਨੂੰ, ਕਿਸ ਸੋਚ ਨੂੰ ਸਾਹਮਣੇ ਰੱਖ ਕੇ, ਕਿਸ ਸੋਚ ਦੇ ਮੱਦੇ ਨਜ਼ਰ ਨਬੀ ਸਾਹਿਬ ਨੇ, ਮੁਹੰਮਦ ਸਾਹਿਬ ਨੇ ਇਹ ਨਿਰਦੇਸ਼ ਦਿੱਤੇ ਨੇ ਕਿ ਸਾਨੂੰ ਰੋਜ਼ਾ ਰੱਖਣਾ ਚਾਹੀਦਾ ਹੈ। ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦਾ ਅਗਰ ਅਸੀਂ ਉਹਨਾਂ ਦੀ ਇਤਿਹਾਸ, ਜਿਹਨੂੰ ਅਸੀਂ ਸੀਰਤ ਕਹਿੰਦੇ ਹਾਂ, ਜੀ, ਅਗਰ ਉਹਨਾਂ ਦੀ ਸੀਰਤ ਪੜ੍ਹਾਂਗੇ ਤੇ ਵਿਸ਼ਵ 'ਚ ਦੇਖੋ ਜੋ ਅਲੱਗ-ਅਲੱਗ ਹਕੂਮਤਾਂ ਬਣਦੀਆਂ ਜਾਂ ਸੰਗਠਨ ਬਣਦੇ ਤੇ ਲੋਕ ਇੱਕ ਐਮਪਾਇਰ ਖੜਾ ਕਰਨਾ ਚਾਹੁੰਦੇ ਕਿ ਵੀ ਲੋਕ ਜਾਣਨ ਕਿ ਸਾਡਾ ਕੋਈ ਬੜਾ ਐਮਪਾਇਰ ਹੈ। ਬਿਲਕੁਲ ਸਹੀ। ਉਸ ਐਮਪਾਇਰ 'ਚ ਕੌਨਸਟੀਟਿਊਸ਼ਨ ਵੀ ਹੋ ਜਾਂਦਾ ਹੈ, ਬਿਲਡਿੰਗਾਂ ਹੋ ਜਾਂਦੀਆਂ, ਬੜੀ ਇਮਾਰਤਾਂ, ਪਾਰਕ ਹੋ ਗਏ, ਅਫਸਰਾਨ ਹੋ ਗਏ। ਮੁਹੰਮਦ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਨੇ ਇੰਪਾਇਰ ਬਣਾਉਣ ਦੀ ਬਜਾਏ ਦੁਨੀਆ ਨੂੰ ਟੀਚਾ ਦਿੱਤਾ ਕਿ ਅਸੀਂ ਅੱਛੇ ਇਨਸਾਨ ਬਣਾਣੇ। ਇਨਸਾਨਾਂ ਦੀ ਤਾਮੀਰ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ। ਕੁਰਾਨ ਪਾਕ ਜਿਹੜਾ ਹੈ ਉਹਦੇ ਵਿੱਚ ਜਿਸ ਦਿਨ ਰੋਜ਼ੇ ਰੱਖਣ ਦਾ ਹੁਕਮ ਅੱਲਾਹ ਤਾਲਾ ਵੱਲੋਂ ਦਿੱਤਾ ਗਿਆ ਹਜ਼ਰਤ ਸਾਹਿਬ ਨੂੰ ਜੀ, ਤੇ ਨਾਲ ਹੀ ਉਹਦੀ ਵਜ੍ਹਾ ਵੀ ਦੱਸੀ ਗਈ। ਫਰਮਾਇਆ ਕਿ ਪਹਿਲੀ ਉਮਤਾਂ ਯਾਨੀ ਜਿਹੜੇ ਰਸੂਲੁल्लाह ਤੋਂ ਪਹਿਲਾਂ ਨਬੀ ਆਏ, ਜਿੱਦਾਂ ਮੂਸਾ अलैहिस्सलाम ਆਏ, ਈਸਾ अलैहिस्सलाम ਆਏ, ਸੁਲੇਮਾਨ अलैहिस्सलाम ਆਏ ਜੀ, ਫਰਮਾਇਆ ਜਿੱਦਾਂ ਪਹਿਲੀ ਉਮਤਾਂ ਨੂੰ ਅਸੀਂ ਰੋਜ਼ੇ ਰੱਖਣ ਲਈ ਕਿਹਾ ਸੀ, ਹਾਂਜੀ, ਤੁਹਾਡੀ ਨੂੰ ਵੀ ਕਹਿ ਰਹੇ ਹਾਂ, ਲੇਕਿਨ ਇਸ ਲਈ ਕਹਿ ਰਹੇ ਹਾਂ ਤਾਂ ਕਿ ਇਹ ਬੰਦੇ ਚੰਗੇ ਬੰਦੇ ਬਣ ਜਾਣ। ਵਾਹ। यानी रोज़ा इसलिए नहीं रखवा रहे कि तुहानू भुखा रखना है, इसलिए रखवा रहे हैं ताकि तुसी नेक इंसान बन जाओ। अच्छा फिर रोज़ा एक अद्धे दिन का रखा लो जी, मतलब एक दिन का हो जाए, 2 दिन का हो जाए, 3 दिन का, सीधा ही पूरे 1 महीने का। हाँ जी। तो कुरान पाक ने सानू सिक्ख्या दी कि 1 महीने के तां रोज़े तुहानू रखवा रहे हैं ताकि तुहानू चंगा बनन की आदत पै जाए। बिल्कुल, नेकी की आदत पै जाए और अगले 11 महीने तक वो आदत तुहाडे काम आवे। क्योंकि आप कोई भी जब काम करते हैं प्रैक्टिकली करना चाहते हैं तो आप कहने भी एक अद्धे दिन चो आदत नहीं पै सकती। तो रोज़ा जिहड़ा है हज़रत मुहम्मद साहब सल्लल्लाहु अलैहि वसल्लम ने फरमाया कि रोज़ा मोमिन दे लई यानी जिहड़ा बंदा रोज़ा रखता है, हाँ जी, ਉਹਦੇ ਲਈ ਢਾਲ है बुराइयां तो। ਢਾਲ किस तरह है? रोज़ेदार ਨੂੰ ਹੁਕਮ है, ਅਸੀਂ ਭੁੱਖਾ रोज़ेदार ਨੂੰ इस्लाम ने ਤਾਂ रखाया जी कि ਇਹ ਕਿੱਦਾਂ ਪਤਾ ਲੱਗੇ ਵੀ ਤੂੰ ਅੱਜ ਅਲੱਗ ਕਰ ਰਹੇ। हाँ जी जी। अगर आप कहते जी सारी दिहाड़ी झूठ नहीं बोलना, सारी दिहाड़ी अखा नीवियां रखनियां, सारी दिहाड़ी लोगों नाल प्यार नाल गल करनी है, तो बंदा ध्यान नहीं देगा जी। जब ये कहता भी सारी दिहाड़ी हलक चो पानी नहीं उतरना, कुछ नहीं खाना, कुछ नहीं पीना, फिर बंदे नूं सुबह तो ये फिक्र है कि मैं आज दूजे लोगों नालों अलग हाँ। बिल्कुल सही है। अच्छा तो फिर इस्लाम ने कहा भी अलग क्यों बनाया तेनू? फरमाया अलग तेनू इसलिए किया है ताकि जे झूठ बोलन की आदत है, तेनू पता हो रोज़ा रखा झूठ नहीं बोलना, रोज़ा रखा किसी की बेटी वाल गलत नहीं देखना, रोज़ा रखा ठगी नहीं मारनी, रोज़ा रखा गलत नहीं तोलना, रोज़ा रखा किसी गैर मुहर्रम औरत नूं बुरी निगाह नाल नहीं देखना, रोज़ा रखा माँ बाप के सामने उच्ची आवाज़ नाल नहीं बोलना, रोज़ा रखा पड़ोसी दे नाल लड़ाई नहीं करनी, रोज़ा रखा राहगीर नूं रस्ता दसना। इस्लाम ने रोज़ा रखण दा हुक्म तां दिता कि रोज़ा रखण तो बाद तुसी पूरी ताकत नाल नेकी वाल जाओ, और जब तुसी नेकी वाल जाओ और फिर लगातार वही नेकी 1 महीना करनी पए तो तुहानू आदत ओदी पै जाएगी। इसलिए रमज़ान दे रोज़े जिहड़े फर्ज किए गए। देखो अज दी साइंस भी ये गल मनदी है जी कि जे तुसी कोई बुरी आदत छड्डनी है जी ते कोई नवी आदत अपनाउणी है, पूरे 21 दिन अगर तुसी उहदा अभ्यास करदे हो तां तुहानू उहदी आदत पै जाएगी, तुसी बुरी आदत छड्ड दिओगे, नवी आदत अपना लोगे। ये अज दा विज्ञान, अज दी साइंस मनदी है। सो असी जिस तरह संविधान की गल करते हाँ तो संविधान दे विच सानू ये सारे निर्देश मिले हुए हैं कि किस तरह असी सारे ही बराबर हाँ और एक दूसरे दे नाल असी हर दुख सुख दे विच खड़े हाँ। और देखे जाए तो यही चीज़ सानू सारिਆਂ ਨੂੰ इकट्ठा रखती है कि असी जिद्दोजहद सारा दिन करते हैं, सारा दिन मेहनत करते हैं, असी सारे मेहनत कश हाँ, एक दूजे के दुख सुख दे विच खड़े हाँ, इकट्ठे ही त्यौहार मनाने हाँ। सो जदों असी हुण त्यौहार भी मनाना है, ईद वाल तो वधना ही है, उस दी खुशियां भी मनाउणियां ने, लेकिन पहला असी सारा डिटेल च जानना है, तफसील जाननी है असी इस मुबारक महीने की जिसनों असी रमज़ान शरीफ कहने हाँ। सो किस तरह रोज़ा रखण की शुरुआत होंदी है, दिन वेले किन्ने बजे तो रोज़ा शुरू होंदा है, क्योंकि ये सारा प्रोसैस फिर पूरा दिन की किया जाता है, फिर शाम नूं कदों रोज़ा खोलते हाँ, क्योंकि रोज़ा का मतलब है बंदिश जी, परहेज़ रोकना। वही रमज़ान का मतलब भी है परहेज़ रोकना, जो तुसी दस्या है कि किन्ना किन्ना चीज़ों तो परहेज़ करना है। जी। सो ये दिन तो लैके शाम तक
ਕਿਸ ਤਰ੍ਹਾਂ ਦੀ ਸਾਰੀ ਪ੍ਰਕਿਰਿਆ ਹੈ? ਇੱਦਾਂ ਹੈ ਕਿ ਅੱਜ 29 ਸ਼ਾਬਾਨ ਹੈ ਜੀ ਤੇ ਅਗਰ ਚੰਦ ਨਜ਼ਰ ਆ ਗਿਆ ਜੀ ਤੇ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਪੰਜਾਬੀ 'ਚ, ਹਾਂਜੀ, ਉਹਨੂੰ ਅਸੀਂ ਸਹਿਰੀ ਕਹਿੰਦੇ। ਸਹਿਰੀ। ਅੰਮ੍ਰਿਤ ਵੇਲਾ ਇਹ ਹੁੰਦਾ ਹੈ ਜਦੋਂ ਰਾਤ ਮੁੱਕ ਜਾਵੇ ਤੇ ਸੂਰਜ ਨਾ ਨਿਕਲਿਆ ਹੋਵੇ, ਇਹਦੇ ਵਿੱਚ ਅੱਧੇ ਘੰਟੇ ਦਾ 2 ਘੰਟੇ ਦਾ ਫਰਕ ਹੋਵੇ, ਟਾਈਮ ਹੁੰਦਾ ਹੈ। ਟਾਈਮ ਹੁੰਦਾ ਹੈ। ਅੰਮ੍ਰਿਤ ਵੇਲਾ ਉਹਨੂੰ ਕਹਿੰਦੇ ਆ ਕਿ ਸਵੇਰ ਨੂੰ ਹਲਕੀ ਹਲਕੀ ਰੋਸ਼ਨੀ ਆਉਂਦੀ ਹੈ ਲੇਕਿਨ ਸੂਰਜ ਨਹੀਂ ਨਿਕਲਦਾ। ਉਸ ਰੋਸ਼ਨੀ ਔਰ ਸੂਰਜ ਦੇ ਦਰਮਿਆਨ ਜਿਹੜਾ ਸਮਾਂ ਹੈ ਜੀ। ਇਹ ਅੰਮ੍ਰਿਤ ਦਾ ਵੇਲਾ ਹੈ। ਕੁਰਾਨ ਪਾਕ ਨੇ ਕਿਹਾ ਕਿ ਸੂਰਜ ਨਿਕਲਣ ਤੋਂ ਪਹਿਲਾਂ ਜੋ ਕੁਝ ਖਾਣਾ ਪੀਣਾ ਹੈ ਖਾ ਪੀ ਲਓ। ਮਿਸਾਲ ਦੇ ਤੌਰ ਤੇ ਤੁਹਾਨੂੰ ਮੈਂ ਦੱਸਾਂ, ਰਮਜ਼ਾਨ ਦੇ ਜਿਹੜੇ ਗਰਮੀਆਂ ਦੇ ਰੋਜ਼ੇ ਹੈ ਬੜੇ ਸ਼ਿੱਦਤ ਦੇ ਲੰਬੇ ਰੋਜ਼ੇ ਹੁੰਦੇ। ਹਾਂਜੀ। ਅੱਜ ਕੱਲ ਸਵੇਰ ਸਰਦੀਆਂ 'ਚ ਸਾਡੀ ਸਵੇਰ ਦੀ ਨਮਾਜ਼ 7:45 ਵਜੇ ਹੁੰਦੀ ਹੈ ਔਰ ਉਹਦਾ ਟਾਈਮ 7:45 ਵਜੇ ਤੱਕ ਹੁੰਦਾ ਹੈ। ਜੀ। ਹੁਣ ਸਵੇਰ ਦੀ ਨਮਾਜ਼ ਜਿਹੜੀ ਹੈ ਉਹ 4:45 ਵਜੇ ਹੋ ਰਹੀ ਹੈ ਔਰ ਉਹਦਾ ਟਾਈਮ 5:40 ਤੇ ਰਹਿ ਗਿਆ। ਲੇਕਿਨ ਰੋਜ਼ਾ ਰੱਖਣ ਦਾ ਜਿਹੜਾ ਸਮਾਂ ਹੈ ਉਹ ਨਮਾਜ਼ ਦੇ ਸਮੇਂ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਹੋ ਜਾਏਗਾ। ਯਾਨੀ ਜਿੱਦਾਂ ਹੀ ਅੰਮ੍ਰਿਤ ਵੇਲਾ ਸ਼ੁਰੂ ਹੋਇਆ ਤੇ ਰੋਜ਼ਾ ਰੱਖਣ ਦਾ ਟਾਈਮ ਖਤਮ। ਇਹਦੇ ਬਾਰੇ ਤੁਹਾਨੂੰ ਇੱਕ ਦਿਲਚਸਪ ਕਿੱਸਾ ਸੁਣਾਦਾ, ਬਹੁਤ ਆਮ ਲੋਕ ਜਿਹੜੇ ਮੁਸਲਮਾਨ ਵੀ ਨਹੀਂ ਜਾਣਦੇ। ਜੀ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਨੂੰ ਰੋਜ਼ਾ ਰੱਖਣ ਦਾ ਰਿਵਾਜ ਆਇਆ ਜੀ, ਇਹ ਇਦਾਂ ਆਇਆ ਕਿ ਆਦਮ अलैहिस्सलाम ਦੀ ਔਲਾਦ 'ਚ ਇੱਕ ਬਾਦਸ਼ਾਹ ਗੁਜ਼ਰਿਆ ਮੁਸਲਮਾਨ ਜੀ। ਉਹਦੇ ਟਾਈਮ ਦੇ ਵਿੱਚ ਉਹਦੇ ਦੇਸ਼ 'ਚ ਕਹਿਤ ਪੈ ਗਿਆ। 2 ਸੂਬਿਆਂ 'ਚ ਕਹਿਤ ਪੈ ਗਿਆ ਜੀ। ਤੇ ਉਹ ਬਾਦਸ਼ਾਹ ਬੜਾ ਪਰੇਸ਼ਾਨ ਹੋਇਆ। ਲੇਕਿਨ ਉਹਦੇ ਇੱਕ ਸਟੇਟ ਦੇ ਲੋਕਾਂ ਨੇ ਉਹਨੂੰ ਕਿਹਾ ਕਿ ਕਿਉਂ ਨਾ ਅਸੀਂ ਇੱਕ ਵੇਲੇ ਅਸੀਂ ਰੋਟੀ ਖਾਈਏ ਤੇ ਇੱਕ ਵੇਲੇ ਦੀ ਰੋਟੀ ਆਪਣੀ ਦੂਸਰੀ ਸਟੇਟ ਨੂੰ ਦੇ ਦਈਏ ਤੇ ਅਸੀਂ ਇੱਕ ਦਿਨ ਦਾ ਫਾਕਾ ਕਰ ਲਿਆ ਕਰੀਏ। ਤੇ ਉਹਨੂੰ ਬੜਾ ਪਸੰਦ ਆਇਆ ਉਹ ਅਮਲ। ਤੇ ਜਦ ਇਹ ਕੰਮ ਸ਼ੁਰੂ ਹੋਇਆ ਤੇ ਉਹਨਾਂ ਨੂੰ ਵੀ ਬਹੁਤ ਫਾਇਦਾ ਹੋਇਆ ਤੇ ਅੱਲਾਹ ਤਾਲਾ ਨੂੰ ਇਹ ਅਮਲ ਅੱਛਾ ਲੱਗਿਆ। ਫਰਮਾਇਆ ਕਿ ਅਸੀਂ ਇਹਦਾ ਸਵਾਬ ਦਿਆ ਕਰਾਂਗੇ ਵੀ ਤੁਸੀਂ ਨੇਕੀ ਦਾ ਕੰਮ ਕਰ। ਇਸ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜਾ ਰੋਜ਼ਾ ਉਦੋਂ ਫਾਕੇ ਤੇ ਸ਼ੁਰੂ ਕੀਤਾ ਗਿਆ ਉਹ ਇਦਾਂ ਸ਼ੁਰੂ ਕੀਤਾ ਗਿਆ, ਮਿਸਾਲ ਦੇ ਤੌਰ ਤੇ ਅੱਜ ਸ਼ਾਮੀ ਰੋਜ਼ਾ ਖੋਲ੍ਹਿਆ, ਅਸੀਂ ਖਾ ਪੀ ਲਿਆ ਤੇ ਜਿੱਦਾਂ ਹੀ ਖਾਣਾ ਪੀਣਾ ਬੰਦ ਕੀਤਾ ਦੂਸਰਾ ਰੋਜ਼ਾ ਸ਼ੁਰੂ ਹੋ ਗਿਆ। ਅੱਛਾ ਜੀ। ਰੋਜ਼ਾ ਸਖਤ ਸੀਗਾ, ਸਖਤ ਸੀ। हज़रत मोहम्मद साहब सल्लल्लाहु अलैहि वसल्लम ਦੇ ਸਮੇਂ ਇੱਕ ਸਹਾਬੀ ਸਾਰੀ ਦਿਹਾੜੀ ਮਜ਼ਦੂਰੀ ਕਰਨ ਤੋਂ ਬਾਅਦ ਘਰ ਪਹੁੰਚੇ। ਸ਼ਾਮ ਨੂੰ ਜਦੋਂ ਰੋਜ਼ਾ ਖੋਲ੍ਹਣ ਦਾ ਟਾਈਮ ਹੋਇਆ ਉਹਨਾਂ ਦੀ ਅੱਖ ਲੱਗ ਗਈ। ਜੀ। ਜਦੋਂ ਅੱਖ ਲੱਗ ਗਈ ਔਰ ਉਹ ਰੋਜ਼ਾ ਖੁੱਲ੍ਹ ਵੀ ਗਿਆ, ਖੁੱਲ੍ਹਣ ਤੋਂ ਬਾਅਦ ਵਾਪਸ ਬੰਦ ਵੀ ਹੋ ਗਿਆ ਤੇ ਉਹਨਾਂ ਦੀ ਬੀਵੀ ਨੇ ਉਹਨਾਂ ਨੇ ਬੜਾ ਦੁੱਖ ਮਨਾਇਆ ਕਿ ਵੀ ਹੁਣ ਫਿਰ ਤੈਨੂੰ 24 ਘੰਟੇ ਬਾਅਦ। ਉਹਨਾਂ ਨੇ ਜਦ ਰਸੂਲੁल्लाह सल्लल्लाहु अलैहि वसल्लम ਨੂੰ ਜਾ ਕੇ ਖਬਰ ਮਿਲੀ ਕਿ ਇਦਾਂ ਵੀ ਹੋ ਰਿਹਾ ਤੇ ਅੱਲਾਹ ਤਾਲਾ ਤੋਂ ਜਦ ਸਿਫਾਰਿਸ਼ ਕੀਤੀ ਗਈ ਤੇ ਕੁਰਾਨ ਪਾਕ 'ਚ ਆਇਤ ਨਾਜ਼ਿਲ ਹੋਈ ਕਿ ਤੁਹਾਡੇ ਲਈ ਹੁਣ ਆਸਾਨੀ ਕਰ ਦਿੱਤੀ ਹੈ। ਰਾਤ ਜਿਹੜੀ ਹੈ ਇਸ ਵੇਲੇ ਤੁਸੀਂ ਕੁਝ ਖਾ ਪੀ ਸਕਦੇ ਹੋ, ਸਵੇਰ ਸਹਿਰੀ ਤੋਂ ਲੈ ਕੇ ਸੂਰਜ ਡੁੱਬਣ ਤੱਕ ਹੁਣ ਤੁਹਾਨੂੰ ਪਾਬੰਦੀ ਕਰਨੀ ਪਏਗੀ। ਹੁਣ ਰੋਜ਼ਾ ਕਿੱਦਾਂ ਰੱਖਣਾ ਹੈ ਜੀ? ਰੋਜ਼ਾ ਰੱਖਣ ਦੇ ਲਈ ਸਭ ਤੋਂ ਪਹਿਲਾਂ ਨੀਅਤ ਜਿਹੜਾ ਹੈ ਉਹਦੀ ਪਾਕ ਹੋਣਾ ਜ਼ਰੂਰੀ ਹੈ ਜੀ। ਕੁਰਾਨ ਪਾਕ ਤੋਂ ਬਾਅਦ ਸਭ ਤੋਂ ਜਿਹੜੀ ऑथेंटिक किताब है मुसलमानों की उन्होंने असी बुखारी शरीफ कहने जी। कुरान च अल्लाह ताला दे हुक्म है, बुखारी शरीफ च मुहम्मद रसूलुल्लाह दे हुक्म है जी। कुरान समझण दे लई बुखारी नूं पढ़ना पएगा तां तुहानूं कुरान समझ आएगा। उस बुखारी शरीफ च जिहड़ी पहली हदीस दर्ज, हदीस मतलब हज़रत मोहम्मद साहब दा जिहड़ा फरमान जी, जिहड़ी पहली हदीस दर्ज की गई उस रसूलुल्लाह ने फरमाया औ कमा कालन नबीयु सल्लल्लाहु अलैहि वसल्लम इन्नमल आमालु बिन्नियात कि ਜਿਹੜਾ ਅਮਲ ਹੈ ਯਾਨੀ ਜਿਹੜਾ ਕੀਤਾ ਹੈ ਉਹਦਾ ਜਿਹੜਾ ਦਾਰੋ ਮਦਾਰ ਹੈ ਨਾ ਜੀ ਉਹ ਤੁਹਾਡੀ ਨੀਅਤ ਦੇ ਉੱਤੇ ਹੈ। ਬਿਲਕੁਲ, ਅਗਰ ਨੀਅਤ ਚੰਗੀ ਹੈ ਤੇ ਕੰਮ ਚੰਗਾ ਹੈ। ਨੀਅਤ ਦੇ ਵਿੱਚ ਇੱਕ ਚੁਟਕਲਾ ਆ ਗਿਆ ਤੇ ਕਹੋ ਤੇ ਤੁਹਾਨੂੰ ਮੈਂ ਸੁਣਾਉਂਦਾ ਚੱਲਾਂ ਤਾਂ ਕਿ ਆਪਾਂ ਬੱਚਿਆਂ ਦੇ ਨਾਲ ਦਾਦੀ ਨਾਨੀ ਵਾਲੀ ਗੱਲ ਕਰਨ ਦੇ। ਇੱਕ ਬੰਦੇ ਬਾਦਸ਼ਾਹ ਦੇ ਕੋਲ ਨਾ ਇੱਕ ਕੈਦੀ ਲਿਆਇਆ ਗਿਆ ਜੀ। ਉਹ ਕਹਿੰਦੇ ਜੀ ਇਹ ਬਹੁਤ ਸੂਝਵਾਨ ਕੈਦੀ ਹੈ ਤੇ ਇਹਨੂੰ ਕਤਲ ਨਾ ਕਰੋ, ਰੱਖ ਲਓ। ਐਨੀ ਦੇ ਇਹਨੂੰ ਘੋੜੇ ਵੇਚਣ ਵਾਲਾ ਆਇਆ ਤੇ ਉਹਨੇ ਪੁੱਛਿਆ ਵੀ ਘੋੜਾ ਇਹ 'ਚ ਇੱਕ ਅਸਲੀ ਹੈ, ਕਹਿੰਦਾ ਇੱਕ ਨਕਲੀ ਹੈ। ਹਾਂਜੀ। ਤੇ ਬਾਦਸ਼ਾਹ ਬੜਾ ਖੁਸ਼ ਹੋਇਆ। ਘੋੜੇ ਵਾਲੇ ਨੂੰ ਪੁੱਛਿਆ, ਕਹਿੰਦਾ ਹਾਂਜੀ ਬਿਲਕੁਲ ਇੱਕ ਘੋੜਾ ਅਸਲੀ ਹੈ, ਜਿਹੜਾ ਨਕਲੀ ਹੈ ਇਹਦੀ ਮਾਂ ਮਰ ਗਈ ਸੀ, ਇਹਨੂੰ ਖੋਤੀ ਦਾ ਦੁੱਧ ਪਿਲਾਉਂਦੇ ਰਹੇ ਤੇ ਇਹਦੀ ਨਸਲ 'ਚ ਥੋੜਾ ਫਰਕ ਪੈ ਗਿਆ। ਹੀਰੇ ਵਾਲਾ ਆਇਆ, ਉਹਨੇ ਹੀਰੇ ਦਾ ਵੀ ਦੱਸਤਾ। ਬਾਦਸ਼ਾਹ ਜਦੋਂ ਖੁਸ਼ ਹੁੰਦਾ ਸੀਗਾ ਉਹਨੂੰ ਕਹਿੰਦਾ ਸੀ ਕਿ ਵੀ ਇਹਨੂੰ ਇੱਕ ਨਾਨ ਜਿਹੜਾ ਸ਼ਾਹੀ ਨਾਨ ਬਣਦੇ ਹੈ ਵੀ ਇੱਕ ਨਾਨ ਵਧਾ ਦਿਓ ਕੈਦੀ ਦਾ। ਤੇ ਜਦ ਦੂਸਰੀ ਵਾਰੀ ਵੀ ਕੈਦੀ ਨੇ ਉਹਨੂੰ ਕੁਝ ਦੱਸਿਆ ਤੇ ਬਾਦਸ਼ਾਹ ਨੇ ਖੁਸ਼ ਹੋ ਕੇ ਕਿਹਾ ਵੀ 2 ਨਾਨ ਦਿਆ ਕਰੋ ਤੇ ਕੈਦੀ ਹੌਲੀ ਜਣੀ ਕਹਿੰਦਾ ਵੀ ਬਾਦਸ਼ਾਹ ਵੀ ਨਕਲੀ ਹੈ। ਅੱਛਾ। ਬਾਦਸ਼ਾਹ ਤੱਕ ਸੁਨੇਹਾ ਪਹੁੰਚ ਗਿਆ, ਉਹਨੇ ਫੜ ਲਿਆ। ਕਹਿੰਦਾ ਜਨਾਬ ਜਾਨ ਦੀ ਅਮਾਨ ਚਾਹੋ ਤੇ ਮੈਂ ਇਹਦੇ ਹਿਸਾਬ ਨਾਲ ਤਾਂ ਤੁਸੀਂ ਵੀ ਨਕਲੀ ਹੋ। ਤੇ ਉਹ ਕਹਿੰਦੇ ਆਪਣੀ ਅੰਮੀ ਕੋਲ ਗਿਆ, ਉਹਨੇ ਜਾ ਕੇ ਪੁੱਛਿਆ ਕਿ ਵੀ ਮੈਂ ਤੇਰੀ ਔਲਾਦ ਨਹੀਂ। ਉਹਨੇ ਕਿਹਾ ਹਾਂ। ਕੈਦੀ ਬਿਲਕੁਲ ਸਹੀ ਕਹਿੰਦਾ ਵੀ ਸਾਡੇ ਜਿਹੜਾ ਖਾਨਸਾਮਾ ਸੀਗਾ
ਸਾਡੇ ਮੀਆਂ ਬੀਵੀ ਦੇ ਔਲਾਦ ਕੋਈ ਨਹੀਂ ਸੀ, ਉਹਨਾਂ ਦੇ ਬੇਟਾ ਹੋਇਆ ਤੇ ਸਲਤਨਤ ਬਚਾਉਣ ਲਈ ਅਸੀਂ ਤੈਨੂੰ ਗੋਦ ਲੈ ਲਿਆ। ਗੋਦ ਲੈ ਲਿਆ। ਓਕੇ, ਇਹਦਾ ਮਤਲਬ ਜ਼ਾਤ ਜਿਹੜੀ ਹੈ ਨਾ ਉਹ ਨਹੀਂ ਹੁੰਦੀ ਕਮਾਲ, ਰਹਿਤ ਕਮਾਲ ਹੁੰਦੀ। ਰਹਿਤ ਕਮਾਲ। ਹਾਂ, ਇਸ ਵਾਕਿਆ ਤੋਂ ਇਹ ਦੱਸਣਾ ਮੇਰਾ ਮਕਸਦ ਸੀ ਵੀ ਰਹਿਤ ਕਮਾਲ ਹੁੰਦੀ ਹੈ। ਜ਼ਾਤਾਂ ਬਰਾਦਰੀਆਂ 'ਚ ਕੁਝ ਨਹੀਂ ਰੱਖਿਆ, ਉਹ ਤਾਂ ਸਿਰਫ ਪਹਿਚਾਨ ਦੇ ਲਈ ਹੈ। ਤੁਸੀਂ ਕਰਦੇ ਕੀ ਹੋ ਤੇ ਉੱਥੋਂ ਤੁਹਾਡੀ ਆਦਤ ਜਿਹੜੀ ਹੈ ਬਣਦੀ। ਤੇ ਇਸ ਲਈ ਮੁਹੰਮਦ ਰਸੂਲullah ਨੇ ਕਿਹਾ ਕਿ ਸਭ ਤੋਂ ਪਹਿਲਾਂ ਨੀयत ਦਾ ਪਾਕ ਹੋਣਾ। ਇਸ ਲਈ ਨੀयत की अल्लाह तेरे लिए रोज़ा रख रहे हैं, बिल्कुल सर, तेरी रजा ली। और अल्लाह की रजा की है, अल्लाह फरमांदे मेरी रजा ये है कि तू मेरे बंदियां नू राजी रखी। बिल्कुल ते बिल्कुल। रोज़ा रखने ਲਈ ਪਹਿਲੀ ਨੀयत कि मैं अल्लाह ਦੇ ਲਈ ਰੱਖ ਰਿਹਾ खुदा ਨੂੰ ਰਾਜ਼ੀ ਕਰਨ ਲਈ। ਸੁਬਹ ਨੂੰ ਸਰਗੀ ਵੇਲੇ ਤੱਕ ਤੁਸੀਂ ਜੋ ਮਰਜ਼ੀ ਖਾ ਪੀ ਲਓ ਆਪਣੀ ਸਿਹਤ ਦੇ ਮੁਤਾਬਕ। ਹਾਂਜੀ, ਜਿੰਨਾ ਕੁਝ ਖਾਣਾ ਚਾਹੁੰਦੇ ਹੋ ਆਰਾਮ ਨਾਲ ਖਾ ਲਓ। ਉਸ ਤੋਂ ਬਾਅਦ ਸੁਬਹ ਦੀ ਨਮਾਜ਼ ਰੋਜ਼ੇਦਾਰ ਨੂੰ ਪੜ੍ਹਨੀ ਜ਼ਰੂਰੀ ਜੀ। ਸੁਬਹ ਦੀ ਨਮਾਜ਼ ਪੜ੍ਹਨ ਤੋਂ ਬਾਅਦ ਤੁਸੀਂ ਮਾਮੂਲ ਦੇ ਆਪਣੇ ਕੰਮ ਸਾਰਾ ਦਿਨ ਕਰ ਸਕਦੇ ਹੋ, ਲੇਕਿਨ ਜਿੱਦਾਂ ਹੀ ਦੁਪਹਿਰ ਦੀ ਨਮਾਜ਼ ਦਾ ਟਾਈਮ ਹੋਏਗਾ ਹਾਂਜੀ, ਤੇ ਸਾਰੇ ਕੰਮ ਛੱਡ ਕੇ ਰੋਜ਼ੇਦਾਰ ਲਈ ਜ਼ਰੂਰੀ ਹੈ ਕਿ ਦੁਪਹਿਰ ਦੀ ਨਮਾਜ਼ ਮਸਜਿਦ 'ਚ ਜਾਂ ਘਰ 'ਚ, ਸਫ਼ਰ ਹੈ ਤੇ ਸੜਕ 'ਚ ਜਾਂ ਟ੍ਰੇਨ 'ਚ, ਜਿੱਥੇ ਵੀ ਨਮਾਜ਼ ਦਾ ਟਾਈਮ ਹੁੰਦਾ ਹਾਂਜੀ, ਉਹ ਨਮਾਜ਼ ਦੀ ਅਦਾਇਗੀ ਕਰੇ। ਬਿਲਕੁਲ। ਉਸ ਤੋਂ ਬਾਅਦ ਅਗਰ ਉਹ ਚਾਹੁੰਦਾ ਹੈ ਤੇ ਥੋੜੀ ਦੇਰ ਕੁਰਾਨ ਸ਼ਰੀਫ ਪੜ੍ਹ ਸਕਦਾ ਹੈ। ਲੇਕਿਨ ਤੀਸਰੀ ਨਮਾਜ਼ ਜਿਹੜੀ ਅਸਰ ਵੇਲੇ ਦੀ ਹੈ, ਜਦੋਂ ਵਪਾਰ ਪੂਰਾ ਭਖਿਆ ਹੁੰਦਾ ਹੈ 4-5 ਵਜੇ ਜਦੋਂ ਸ਼ਾਮ ਦੇ, ਉਦੋਂ ਹੁਕਮ ਹੈ ਵੀ ਕੰਮ ਛੱਡ ਕੇ ਤੁਸੀਂ ਨਮਾਜ਼ ਪੜ੍ਹੋ। ਅਸਰ ਤੇ ਮਗਰਿਬ 'ਚ ਅਫਤਾਰੀ ਕਰਦੇ ਆ ਜਦੋਂ ਰੋਜ਼ਾ ਖੋਲ੍ਹਿਆ ਜਾਂਦਾ ਜੀ। ਜੀ। ਅਫਤਾਰੀ ਦੇ ਵਿੱਚ ਕੀ ਹੈ ਕਿ ਰੋਜ਼ੇਦਾਰ ਨੂੰ ਹੁਕਮ ਦਿੱਤਾ ਗਿਆ, ਇਸਲਾਮ ਨੇ ਮੁੱਢਲੇ ਸਿਧਾਂਤ ਜਿਹੜੇ ਸਾਨੂੰ ਸਿਖਾਏ। ਇਸਲਾਮ ਕਹਿੰਦਾ ਹੈ ਕਿ ਚੈਰਿਟੀ ਜਿਹੜੀ ਹੈ ਨਾ ਜੀ, ਉਹ ਮਸਜਿਦ ਜਾ ਕੇ ਨਹੀਂ ਕਰਨੀ। ਤੁਸੀਂ ਅਗਰ ਮਸਜਿਦਾਂ 'ਚ ਜਾਓਗੇ ਤੇ ਗੱਲੇ ਨਹੀਂ ਉੱਥੇ ਲੱਗੇ ਹੁੰਦੇ ਰੋਜ਼। ਹਾਂਜੀ, ਇਸਲਾਮ ਕਹਿੰਦਾ ਵੀ ਚੈਰਿਟੀ ਮਸਜਿਦ 'ਚ ਨਹੀਂ ਜਾ ਕੇ ਕਰਨੀ। ਚੈਰਿਟੀ ਦੀ ਸ਼ੁਰੂਆਤ ਆਪਣੇ ਪੜੋਸੀ ਤੋਂ ਕਰਨੀ ਹੈ। ਅੱਛਾ, ਸਕੇ ਭਰਾ ਤੋਂ ਵੀ ਪਹਿਲਾਂ। ਇਸਲਾਮ ਨੇ ਚੈਰਿਟੀ ਦੀਆਂ ਦੋ ਕਿਸਮਾਂ ਹੋਣਗੀਆਂ ਵੀ ਰੋਜ਼ਾ ਖੋਲ੍ਹਣ ਦਾ ਟਾਈਮ ਹੋ ਗਿਆ, ਹੁਣ ਜਿਹੜਾ ਤੁਹਾਡਾ ਪੜੋਸੀ ਹੈ, ਤੁਹਾਨੂੰ ਪਤਾ ਹੀ ਹੁੰਦਾ ਵੀ ਪੜੋਸੀ ਮਾੜਾ ਹੈ ਕਿ ਤਕੜਾ ਹੈ। ਬਿਲਕੁਲ ਸਰ। ਅਗਰ ਪੜੋਸੀ ਕਮਜ਼ੋਰ ਹੈ ਜੀ। ਤੇ ਇਸਲਾਮ ਇਹ ਕਹਿੰਦਾ ਵੀ ਤੁਸੀਂ ਅੱਛੀ ਅਫਤਾਰੀ ਕਰਨ ਦੀ ਬਜਾਏ ਅੱਧਾ ਸਮਾਨ ਉਹਦੇ ਘਰ ਭਿਜਵਾਓ। ਫਿਰ ਇਸਲਾਮ ਇਹ ਕਹਿੰਦਾ ਕਿ ਅਗਰ ਪੜੋਸੀ ਗੈਰ ਮੁਸਲਿਮ ਹੈ ਔਰ ਰੋਜ਼ੇਦਾਰ ਨਹੀਂ ਹੈ, ਲੇਕਿਨ ਉਹ ਇੰਨਾ ਗਰੀਬ ਹੈ ਕਿ ਉਹਦੇ ਘਰ 'ਚ ਦਾਣੇ ਵਧੀਆ ਨਹੀਂ ਹੈ ਖਾਣ ਲਈ, ਔਰ ਤੁਸੀਂ ਅੱਛਾ ਖਾਣਾ ਚਾਹੁੰਦੇ ਹੋ, ਤੇ ਰੋਜ਼ੇਦਾਰ ਲਈ ਲਾਜ਼ਮੀ ਹੈ ਕਿ ਉਹ ਆਪਣੇ ਪੜੋਸੀ ਦਾ ਹੱਕ ਪਹਿਲਾਂ ਅਦਾ ਕਰੇ। ਦੋਨੋਂ ਸੂਰਤਾਂ 'ਚ, ਅਗਰ ਪੜੋਸੀ ਮੁਸਲਮਾਨ ਹੈ ਤਾਂ ਵੀ, ਪੜੋਸੀ ਮੁਸਲਮਾਨ ਨਹੀਂ ਹੈ ਤਾਂ ਵੀ, ਰੋਜ਼ੇਦਾਰ ਹੈ ਤਾਂ ਵੀ, ਰੋਜ਼ੇਦਾਰ ਨਹੀਂ ਹੈ ਤਾਂ ਵੀ। ਫਿਰ ਇਸਲਾਮ ਕਹਿੰਦਾ ਦੂਸਰੇ ਨੰਬਰ ਤੇ ਵੀ ਦੂਸਰੀ ਚੈਰਿਟੀ ਇਹ ਹੈ ਕਿ ਤੇਰਾ ਸ਼ਰੀਕਾ ਜਿਹੜਾ ਹੈ ਜੀ, ਸ਼ਰੀਕੇ ਦਾ ਇੱਕ ਦੂਜੇ ਦੀ ਦਿਲਤਾਂ ਹੀ ਖਿੱਚਣ ਲਈ ਬਣੇ ਆ ਜੀ। ਬਿਲਕੁਲ। ਲੇਕਿਨ ਇਸਲਾਮ ਨੇ ਕਿਹਾ ਵੀ ਸ਼ਰੀਕੇਦਾਰੀ ਨੂੰ ਜਿਹੜਾ ਜੋੜਦਾ ਉਹ ਬਹੁਤ ਅੱਛਾ ਬੰਦਾ ਹੈ, ਭਾਵੇਂ ਉਹ ਤੁਹਾਡੇ ਖਿਲਾਫ ਹੋਣ। ਫਰਮਾਇਆ ਕਿ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ने कि भी रिश्तेदारियां जोड़ो तोड़ो नहीं। फरमाया चैरिटी ਜਿਹੜੀ ਕਰਨੀ ਹੈ ਰੋਜ਼ੇਦਾਰ ਦੇ ਲਈ, ਪਹਿਲਾਂ ਪੜੋਸੀ, ਕਿਉਂਕਿ ਉਹ ਰਿਸ਼ਤੇਦਾਰ ਤੋਂ ਪਹਿਲਾਂ ਹੈ। ਦੂਸਰੇ ਨੰਬਰ ਤੇ ਅਗਰ ਤੁਹਾਡੀ ਕੋਈ ਭੈਣ ਗਰੀਬ ਹੈ, ਭਰਾ ਗਰੀਬ ਹੈ, ਕੋਈ ਚਾਚਾ ਤਾਇਆ ਗਰੀਬ ਹੈ, ਤੇ ਉਹਦੀ ਚੈਰਿਟੀ ਤੁਸੀਂ ਕਰੋਗੇ। ਉਸ ਤੋਂ ਬਾਅਦ ਫਿਰ ਤੁਸੀਂ ਰੋਜ਼ਾ ਖੋਲ੍ਹਣ ਦੇ ਹੱਕਦਾਰ ਹੋ। ਇਤਮੀਨਾਨ ਨਾਲ ਬੈਠ ਕੇ ਤੁਸੀਂ ਆਪਣੇ ਘਰ 'ਚ ਜਾਂ ਮਸਜਿਦ 'ਚ ਜਾਂ ਜਿੱਥੇ ਰੋਜ਼ਾ ਖੋਲ੍ਹਣਾ ਚਾਹੁੰਦੇ ਹੋ। ਰੋਜ਼ਾ ਖੋਲ੍ਹਣ ਦੇ ਲਈ ਅਸੀਂ ਜ਼ਿਆਦਾਤਰ ਖਜੂਰ ਦਾ ਇਸਤੇਮਾਲ ਜਿਹੜਾ ਹੈ ਅਰਬ ਦੇ ਵਿੱਚ ਹੁੰਦਾ ਰਿਹਾ। ਕਈ ਲੋਕੀ ਸੋਚਦੇ ਵੀ ਖਜੂਰ ਹੀ ਕਿਉਂ। ਜਦੋਂ ਤੁਸੀਂ ਸਾਇੰਟੀਫਿਕ ਵੇ ਤੇ ਜਾਓਗੇ ਜੀ, ਤੇ ਜਿਹੜੀਆਂ ਗਿਜ਼ਾ ਹੁੰਦੀ ਹੈ, ਫਲਦਾਰ ਗਿਜ਼ਾ ਜਿਹਨੂੰ ਆਪਾਂ ਕਹਿੰਦੇ, ਜਿੱਦਾਂ ਫਰੂਟ ਵਗੈਰਾ ਜਾਂ ਰੇਸ਼ੇ ਜਿਹੜੇ ਜ਼ਿਆਦਾ ਜਿਹਨਾਂ ਗਿਜ਼ਾਵਾਂ 'ਚ ਹੁੰਦੇ ਨੇ, ਫਾਈਬਰ ਜਿਹਨੂੰ ਆਪਾਂ ਕਹਿ ਲੈਂਦੇ ਨੇ, ਅਗਰ ਫਾਈਬਰ ਫੂਡਸ ਤੁਸੀਂ ਲਾਓਗੇ ਤੇ ਤੁਹਾਡਾ ਅੰਦਰ ਸਾਰਾ ਕੁਝ ਇਦਾਂ ਹੋ ਜਾਏਗਾ ਜਿੱਦਾਂ ਪੋਚਾ ਮਾਰਦਾ। ਅੱਛਾ ਜੀ, ਇਹਦਾ ਮੈਡੀਕਲ ਰੀਜ਼ਨ। ਰੋਜ਼ੇਦਾਰ ਜਿਹੜਾ ਕਿਉਂਕਿ ਸਾਰਾ ਦਿਨ ਭੁੱਖਾ ਰਹਿੰਦਾ, ਸਾਰੀਆਂ ਨਾੜੀਆਂ ਸਾਫ਼ ਹੋ ਕੇ ਇਹਨਾਂ 'ਚੋਂ ਰਤੂਬਤ ਮਤਲਬ ਸਵੈਲਿੰਗ, ਹਲਕਾ ਹਲਕਾ ਜਿਹੜਾ ਗੰਦ ਚਿਪਕਿਆ ਹੁੰਦਾ ਹੈ ਜਾਂ ਕਿਸੇ ਦੇ ਚਰਬੀ ਚਿਪਕੀ ਜਾਂ ਅੰਦਰ ਜ਼ਖਮ ਹੋਏ, ਜਿੱਦਾਂ ਬਾਹਰ ਹੋ ਜਾਂਦੇ ਇੱਦਾਂ ਅੰਦਰ ਵੀ ਹੁੰਦੇ, ਉਹ ਸਾਰਾ ਸਾਫ਼ ਹੋ ਰਿਹਾ ਹੁੰਦਾ। ਤੇ ਅੱਛਾ, ਉਹ ਸਾਰਾ ਸਾਫ਼ ਹੋ ਰਿਹਾ ਤੇ ਉਹਨੂੰ ਪੋਚਾ ਮਾਰਨ ਲਈ ਕੀ ਸਭ ਤੋਂ ਅੱਛੀ ਚੀਜ਼ ਡਾਈਟ ਹੈ, ਉਹ ਹੈ ਖਜੂਰ। ਹਜ਼ੂਰ ਸੱਲੱਲਾਹੁ अलैहि वसल्लम ਨੇ ਕਿਹਾ ਵੀ ਖਜੂਰ ਦੇ ਨਾਲ ਰੋਜ਼ਾ ਖੋਲੋ। ਨਾਲ ਤੁਸੀਂ ਰੂਹ ਅਫਜ਼ਾ ਪੀ ਸਕਦੇ ਹੋ ਜਾਂ ਦੁੱਧ ਪੀ ਸਕਦੇ ਹੋ, ਲੇਕਿਨ ਕੋਲਡ ਡਰਿੰਕ ਨੂੰ ਅਸੀਂ ਮਨਾ ਕਰਦੇ ਹਾਂ ਤਾਂ ਕਿ ਉਹ ਤੁਹਾਨੂੰ ਮੈਦੇ 'ਚ ਜਾਂਦੇ ਹੀ ਨੁਕਸਾਨ ਕਰਦੀ। ਤੇ ਖਜੂਰ ਦਾ ਇਸਤੇਮਾਲ ਜਿਹੜਾ ਉਹ ਇਸ ਲਈ ਕੀਤਾ ਜਾਂਦਾ ਹੈ ਕਿ ਰੋਜ਼ੇਦਾਰ ਨੂੰ ਅੰਦਰ ਤੌਰ ਤੇ ਵੀ ਤਕਵੀਅਤ ਜਿਹੜੀ ਹੈ ਹਾਸਲ ਹੋਏ। ਹੁਣ ਰੋਜ਼ਾ ਖੋਲ੍ਹਣ ਤੋਂ ਫੌਰਨ ਬਾਅਦ ਫਰਮਾਇਆ ਨਮਾਜ਼ ਪੜ੍ਹੋ, ਵੀ ਸ਼ੁਕਰ ਅਦਾ ਕਰੋ ਵੀ ਤੁਸੀਂ ਰੋਜ਼ਾ ਪੂਰਾ ਕਰ ਲਿਆ। ਬਿਲਕੁਲ। ਅੱਛਾ, ਰੋਜ਼ਾ ਫਿਰ ਅਸੀਂ ਇਹ ਕਹਿੰਦੇ ਵੀ ਪੂਰਾ ਉਹਦਾ ਹੋਇਆ ਜਿਹੜਾ ਰੋਜ਼ਾ ਰੱਖਣ ਤੋਂ ਬਾਅਦ ਲੜਦਾ ਨਹੀਂ ਰਿਹਾ ਸਾਰੀ ਦਿਹਾੜੀ, ਪਾਬੰਦ ਰਿਹਾ। ਜਿਹਨੇ ਰੋਜ਼ਾ ਰੱਖਣ ਤੋਂ ਬਾਅਦ ਰੋਜ਼ੇ ਦੀ ਪਾਬੰਦੀ ਕੀਤੀ ਹੈ, ਰੋਜ਼ੇਦਾਰ ਨੂੰ ਆਪ ਪਤਾ ਹੈ। ਬਿਲਕੁਲ। ਅਗਰ ਮੈਂ ਰੋਜ਼ਾ ਰੱਖਿਆ ਹੈ ਔਰ ਨੌਜ਼ ਬਿल्ला ਮੈਂ ਕਿਸੇ ਦੀ ਬੇਟੀ ਵੱਲ ਗਲਤ ਨਿਗਾਹ ਨਾਲ ਦੇਖਦਾ, ਦਿਲ 'ਚ ਇਰਾਦਾ ਕਰਦਾ ਬੁਰਾਈ ਦਾ। ਦੇਖੋ, ਇਸਲਾਮ ਨੇ, ਕਈ ਲੋਕੀ ਦੇਖਦੇ ਵੀ ਪੂਰੀ ਦੁਨੀਆ 'ਚ ਇਹ ਨਹੀਂ ਇਸਲਾਮ ਜੰਗਾਂ ਦੀ ਵਜ੍ਹਾ ਨਾਲ ਮਸ਼ਹੂਰ ਹੋਇਆ, ਨਹੀਂ।
ਇਸਲਾਮ ਨੇ ਈਮਾਨ ਲੋਕਾਂ 'ਚ ਪੈਦਾ ਕੀਤਾ ਵੀ ਤੁਹਾਡੇ 'ਚ ਅਹਿਸਾਸ ਹੋਵੇ ਵੀ ਤੁਸੀਂ ਬੁਰਾ ਕਰ ਰਹੇ ਹੋ। ਅਗਰ ਤੁਹਾਨੂੰ 500 ਰੁਪਏ ਵੀ ਮਿਲ ਜਾਣ ਕਿਸੇ ਮੁਸਲਮਾਨ ਨੂੰ, ਉਹਨੇ ਮਸਜਿਦ ਆਣਾ ਪੁੱਛਣ ਲਈ ਮੌਲਵੀ ਨੂੰ ਬਕਾਇਦਾ ਕਿ ਜੀ ਇਹ ਹਲਾਲ ਦੇ ਹੈ ਕਿ ਹਰਾਮ ਦੇ ਨਾਲ ਤੇ ਕਰਨਾ ਕੀ ਹੈ। ਮਤਲਬ ਇਹ ਅਹਿਸਾਸ ਪੈਦਾ ਕੀਤਾ ਜਾਏ ਕਿ ਤੁਸੀਂ ਜਿਹੜੀ ਸਾਰੀ ਦਿਨ ਜ਼ਿੰਦਗੀ ਗੁਜ਼ਾਰ ਰਹੇ ਹੋ ਵੀ ਕੈਸੀ ਹੈ। ਅਗਰ ਰੋਜ਼ੇਦਾਰ ਨੇ ਸਾਰਾ ਦਿਨ ਕਿਸੇ ਦੀ ਬੁਰਾਈ ਨਹੀਂ ਕੀਤੀ, ਚੁਗਲੀ ਨਹੀਂ ਕੀਤੀ, ਔਰ ਰੋਜ਼ੇਦਾਰ ਨੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨਿਆ, ਔਰ ਰੋਜ਼ੇਦਾਰ ਆਪਣੀ ਬੀਵੀ ਦੇ ਲਈ ਫਰੈਂਡਸ਼ਿਪ ਦੇ ਤੌਰ ਤੇ ਹੈ, ਔਰ ਰੋਜ਼ੇਦਾਰ ਨੂੰ ਦੇਖ ਕੇ ਉਹਦੇ ਬੇਟੇ ਬੱਚੇ ਨਹੀਂ ਡਰਦੇ, ਔਰ ਰੋਜ਼ੇਦਾਰ ਨੌਜਵਾਨ ਨੂੰ ਦੇਖ ਕੇ ਉਹਦੇ ਮਾਂ-ਬਾਪ ਉਹਦੇ ਨਾਲ ਦੋਸਤਾਂ ਵਾਂਗੂ ਗੱਲ ਕਰਦੇ ਹੈ, ਫਿਰ ਅੱਲਾਹ ਦਾ ਹੁਕਮ ਹੈ ਵੀ ਇਹ ਰੋਜ਼ਾ ਜਿਹੜਾ ਹੈ ਕਬੂਲ ਕਰ ਲਿੱਤਾ ਗਿਆ। ਔਰ ਅਗਰ ਰੋਜ਼ੇਦਾਰ 'ਚ ਕਮੀਆਂ ਪਾ ਦਿੱਤੀਆਂ ਗਈਆਂ, ਫਿਰ ਫਰਮਾਇਆ ਸਾਫ਼ ਇਹ ਸ਼ਬਦ ਮੁਹੰਮਦ ਰਸੂਲullah ਨੇ ਫਰਮਾਇਆ ਕਿ ਅਗਰ ਕੋਈ ਰੋਜ਼ੇਦਾਰ ਰੋਜ਼ਾ ਰੱਖਣ ਤੋਂ ਬਾਅਦ ਬੁਰਾਈ ਨਹੀਂ ਛੱਡਦਾ, ਫਿਰ ਉਹ ਭੁੱਖਾ ਹੈ, ਉਹਦੇ ਭੁੱਖੇ ਰਹਿਣ ਨਾਲ ਖੁਦਾ ਨੂੰ ਕੋਈ ਲੈਣਾ ਦੇਣਾ ਨਹੀਂ। ਸੋ ਇਹ ਸਾਰੀਆਂ ਪਾਬੰਦੀਆਂ ਨੇ ਜੀ। ਇੱਕ ਪਾਬੰਦੀ ਉਹਦੇ 'ਚ ਇਹ ਵੀ ਆਉਂਦੀ ਹੈ ਕਿ ਤੁਸੀਂ ਕੁਰਾਨ ਸ਼ਰੀਫ ਨੂੰ ਪੜ੍ਹਨਾ ਹੈ, ਪਾਠ ਕਰਨਾ ਹੈ, ਔਰ ਜੋ ਨਹੀਂ ਪੜ੍ਹ ਸਕਦੇ, ਜਿਨ੍ਹਾਂ ਨੂੰ ਨਹੀਂ ਪਤਾ ਇਸ ਬਾਰੇ, ਉਹ ਸੁਣਨ ਬਹਿ ਕੇ, ਜੋ ਪੜ੍ਹ ਰਹੇ ਨੇ ਉਹਨਾਂ ਨੂੰ ਸੁਣਦੇ ਰਹਿਣ, ਔਰ ਇਸ ਤਰ੍ਹਾਂ ਸਾਰਾ ਦਾ ਸਾਰਾ ਧਿਆਨ ਇਬਾਦਤ ਵੱਲ ਰਵੇ। ਔਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਹੁਣ ਵਪਾਰ ਵੀ ਕਰਨਾ ਹੈ ਸਭ ਜਗ੍ਹਾ, ਬੇਈਮਾਨੀ ਬਹੁਤ ਹੈ ਮਾਰਕੀਟ ਦੇ ਵਿੱਚ ਜੀ। ਉਸ ਤੋਂ ਕਿਵੇਂ ਬਚਿਆ ਜਾਵੇ, ਕਿਉਂਕਿ ਉਸ ਤੋਂ ਬਿਨਾਂ ਵਪਾਰ ਨਹੀਂ ਚੱਲਦੇ। ਇੱਦਾਂ ਹੈ ਕਿ ਅੱਜ ਵੀ ਦੁਨੀਆ 'ਚ ਐਸੇ ਕਰੋੜਾਂ ਲੋਕ ਹੈ ਜਿਹੜੇ ਬੜੀ ਈਮਾਨਦਾਰੀ ਦੇ ਨਾਲ, ਮੈਂ ਅਕਸਰ ਵਪਾਰੀਆਂ ਨੂੰ ਕਹਿੰਦਾ ਹੁੰਦਾ, ਕਈ ਮੁਸਲਮਾਨ ਪੁੱਛਣ ਆਉਂਦੇ ਕੋਈ ਕੰਮ ਸ਼ੁਰੂ ਕਰਦੇ, ਮੈਂ ਕਹਿੰਦਾ ਕਿ ਜਦ ਤੱਕ ਅੱਲਾਹ ਰਸੂਲ ਦਾ ਹੁਕਮ ਹੈ, ਅਗਰ ਤੁਸੀਂ ਆਪਣੇ ਗ੍ਰਾਹਕ ਦੇ ਨਾਲ ਈਮਾਨਦਾਰ ਹੋ ਤੇ ਦੁਨੀਆ ਦੀ ਕੋਈ ਤਾਕਤ ਤੁਹਾਡੀ ਤਰੱਕੀ ਨਹੀਂ ਰੋਕ ਸਕਦੀ। ਵਾਹ। ਕੁਰਾਨ ਪਾਕ ਜਿਹੜਾ ਹੈ, ਰਮਜ਼ਾਨ ਜਿਹੜਾ ਹੈ, ਇਹ ਕੁਰਾਨ ਦੇ ਨਜ਼ੂਲ ਦਾ ਮਹੀਨਾ ਵੀ ਹੈ, ਨਾਜ਼ਿਲ ਹੋਇਆ ਜਦੋਂ ਕੁਰਾਨ। ਹਾਂਜੀ, ਅਸੀਂ ਇਹਨੂੰ ਨਜ਼ੂਲੇ ਕੁਰਾਨ ਦਾ ਮਹੀਨਾ ਵੀ ਕਹਿੰਦੇ। ਜਦੋਂ ਹੁਣ ਅਸੀਂ ਸ਼ਾਮ ਦੀ ਨਮਾਜ਼ ਪੜ੍ਹ ਲਈ ਜੀ, ਰੋਜ਼ਾ ਖੋਲ ਲਈ, ਇਹਦੇ ਠੀਕ 1.5 ਘੰਟੇ ਬਾਅਦ ਇੱਕ ਨਮਾਜ਼ ਹੁੰਦੀ, ਉਹਨੂੰ ਕਹਿੰਦੇ ਨਮਾਜ਼ ਤਰਾਵੀ ਜੀ। ਉਹ 1 ਘੰਟੇ ਦੀ ਹੁੰਦੀ। ਉਸ ਤਰਾਵੀ ਦੀ ਨਮਾਜ਼ 'ਚ ਇਮਾਮ ਪੂਰਾ ਕੁਰਾਨ ਪੜ੍ਹ ਕੇ ਸੁਣਾਉਂਦਾ ਸਾਰਾ ਮਹੀਨਾ। ਅੱਛਾ ਜੀ। ਤੇ ਤੁਸੀਂ ਸੁਣਨਾ ਸਾਰਿਆਂ ਨੇ ਉਹਦੇ ਪਿੱਛੇ। ਉਹ ਕਿਉਂ ਸੁਣਾਉਂਦਾ? ਕਿਉਂਕਿ ਰਮਜ਼ਾਨ ਸ਼ਰੀਫ 'ਚ ਹੀ ਅੱਲਾਹ ਤਾਲਾ ਨੇ ਸਾਰਾ ਕੁਰਾਨ ਹਜ਼ਰਤ ਮੁਹੰਮਦ ਸਾਹਿਬ ਨੂੰ ਅਤਾ ਫਰਮਾਇਆ, ਤੇ ਰਮਜ਼ਾਨ ਨੂੰ ਨਜ਼ੂਲੇ ਕੁਰਾਨ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਅੱਛਾ, ਜਦ ਤੱਕ ਤੁਸੀਂ ਕੁਰਾਨ ਸ਼ਰੀਫ ਨਹੀਂ ਪੜ੍ਹੋਗੇ ਤੇ ਆਥੈਂਟਿਕਲੀ ਤੁਸੀਂ ਨੇਕ ਨਹੀਂ ਬਣ ਸਕੋਗੇ। ਬਿਲਕੁਲ। ਫਰਮਾਇਆ ਇਹ ਕੁਰਾਨ ਤਾਂ ਨਾਜ਼ਿਲ ਕੀਤਾ ਤਾਂ ਕਿ ਤੁਸੀਂ ਸਿੱਧੀ, ਕੁਰਾਨ ਨੇ ਕੀ ਕੁਰਾਨ ਪਾਕ 'ਚ ਕੀ ਹੈ, ਕੁਰਾਨ ਪਾਕ ਦਾ ਜ਼ਰਾ ਅੰਦਾਜ਼ ਨਾ ਆਮ ਲੋਕਾਂ ਤੋਂ ਵੱਖਰਾ ਹੈ। ਬਹੁਤ ਸਾਰੇ ਲੋਕ ਜਿਹੜੇ ਨੌਨ ਮੁਸਲਿਮ ਹੈ ਉਹ ਸਮਝਦੇ ਹੈ ਕਿ ਸ਼ਾਇਦ ਇਹ ਹਜ਼ਰਤ ਮੁਹੰਮਦ ਸਾਹਿਬ ਦੀ ਕਿਤਾਬ ਹੈ। ਕੁਰਾਨ ਸ਼ਰੀਫ ਹਜ਼ਰਤ ਮੁਹੰਮਦ ਸਾਹਿਬ ਦੀ ਕਿਤਾਬ ਨਹੀਂ, ਇਹ ਹਜ਼ਰਤ ਮੁਹੰਮਦ ਸਾਹਿਬ ਤੇ ਅੱਲਾਹ ਤਾਲਾ ਵੱਲੋਂ ਜਿਹੜੀ ਵਹੀ ਨਾਜ਼ਿਲ ਹੁੰਦੀ ਸੀ ਉਹ ਹੈ, ਬਖਸ਼ਿਸ਼ ਹੈ। ਹਾਂ, ਇਹ ਹੁਣ ਦੇਖੋ ਕੁਰਾਨ ਦੀਆਂ ਗੱਲਾਂ, ਮੈਂ ਤੁਹਾਨੂੰ ਸਿਰਫ ਇੱਕ ਮਿਸਾਲ ਦੇ ਕੇ ਦੱਸਦਾ ਕਿ ਕੁਰਾਨ ਪਾਕ ਨੇ ਕੈਸੀ ਗੱਲਾਂ ਕੀਤੀਆਂ ਜਿਹੜੀਆਂ ਇਨਸਾਨਾਂ ਦੀ ਅਕਲ ਤੋਂ ਬਾਲਾਤਰ ਹੈ। ਕੁਰਾਨ ਨੇ ਕਿਹਾ ਕਿ ਕਿਸੇ ਵੀ ਜਾਹਿਲ ਬੰਦੇ ਨਾਲ ਬਹਿਸ ਨਾ ਕਰੋ ਜੀ। ਤੇ ਆਪਾਂ ਜਾਹਿਲ ਕਿਹਨੂੰ ਕਹਿੰਦੇ ਜੀ? ਜਿਹੜਾ ਪੜ੍ਹਿਆ ਲਿਖਿਆ ਨਹੀਂ, ਜਾਂ ਜਿਹਨੂੰ ਕੱਪੜੇ ਨਹੀਂ ਢੰਗ ਨਾਲ ਪਾਣੇ ਆਉਂਦੇ, ਖਾਣਾ ਪੀਣਾ ਸਹੀ ਨਹੀਂ, ਜਾਂ ਜੋ ਕੋਈ ਬਦਤਮੀਜ਼ੀ ਨਾਲ ਬੋਲਦਾ, ਅਸੀਂ ਉਹਨੂੰ ਜਾਹਿਲ ਕਹਿੰਦੇ ਕਿ ਵੀ ਇਹ ਅਨਪੜ੍ਹ ਹੈ। ਤੇ ਆਪਾਂ ਜਾਹਿਲ ਬੰਦੇ ਨਾਲ, ਆਪਾਂ ਆਮ ਸਮਾਜ 'ਚ ਕਹਿੰਦੇ ਵੀ ਜਾਹਿਲ ਬੰਦੇ ਨਾਲ ਬਹਿਸ ਨਹੀਂ ਕਰਨੀ। ਲੇਕਿਨ ਕੁਰਾਨ ਨੇ ਕੀ ਕਿਹਾ? ਕੁਰਾਨ ਨੇ ਕਿਹਾ ਨਹੀਂ ਦੁਨੀਆ ਵਾਲਿਓ, ਇਹ ਜਾਹਿਲ ਨਹੀਂ ਹੈ ਜਿਹਨੂੰ ਤੁਸੀਂ ਜਾਹਿਲ ਸਮਝ ਰਹੇ ਹੋ, ਇਹ ਤਾਂ ਬੰਦਾ ਠੀਕ ਹੈ। ਆ ਜਾਹਿਲ ਹੈ ਜਿਹੜਾ ਅੱਛਾ ਪੜ੍ਹਿਆ ਲਿਖਿਆ ਹੈ, ਸਮਝਦਾਰ ਹੈ, ਬੋਲਣ ਦਾ ਢੰਗ ਤਰੀਕਾ ਹੈ, ਸਾਰਾ ਕੁਝ ਇਹਦਾ ਵਧੀਆ ਹੈ, ਲੇਕਿਨ ਆਪਣੀ ਕਿਸੇ ਗਲਤ ਗੱਲ ਨੂੰ ਮਨਵਾਉਣ ਲਈ ਅੜ ਜਾਂਦਾ ਹੈ। ਦੇਖੋ ਕੁਰਾਨ ਦੀ ਜ਼ੁਬਾਨ 'ਚ ਔਰ ਇਨਸਾਨ ਦੀ ਜ਼ੁਬਾਨ 'ਚ ਫਰਕ ਆ ਗਿਆ ਜੀ। ਕੁਰਾਨ ਨੇ ਕਿਹਾ ਵੀ ਜਾਹਿਲ ਉਹ ਹੈ ਜਿਹੜਾ ਬਹੁਤ ਵੱਡੀ ਪਦਵੀ ਤੇ ਬੈਠਾ ਹੈ, ਸਭ ਕੁਝ ਵਧੀਆ, ਲੇਕਿਨ ਆਪਣੀ ਗਲਤ ਹੁਕਮ ਮਨਵਾਉਣ ਲਈ ਅੜ ਗਿਆ ਔਰ ਤੁਹਾਡੇ ਨਾਲ ਬਹਿਸ ਰਹੇ ਕਿ ਨਹੀਂ ਜੀ ਇਦਾਂ ਹੀ ਕਰੋ। ਫਰਮਾਇਆ ਇਹ ਜਾਹਿਲ ਹੈ, ਇਹਦੇ ਨਾਲ ਬਹਿਸ ਨਹੀਂ। ਇਸੇ ਤਰ੍ਹਾਂ ਕੁਰਾਨ ਪਾਕ ਨੇ ਇਹ ਕਿਤੇ ਨਹੀਂ ਕਿਹਾ ਸਾਨੂੰ ਕਿ ਵੀ ਤੁਸੀਂ ਗਰੀਬਾਂ ਨੂੰ ਰੋਟੀ ਖਿਲਾਓ ਜਾਂ ਗਰੀਬਾਂ ਦੇ ਲਈ ਕੱਪੜੇ ਵੰਡੋ ਜਾਂ ਗਰੀਬਾਂ ਨੂੰ ਆਟਾ ਦਿਓ ਜੀ, ਇਹ ਕਰੋ। ਐਸਾ ਕੋਈ ਕੁਰਾਨ ਪਾਕ ਨੇ ਹੁਕਮ ਨਾਜ਼ਿਲ ਨਹੀਂ ਕੀਤਾ। ਲੇਕਿਨ ਕੀ ਫਰਮਾਇਆ? ਕੱਲਾ ਬੱਲਾ ਲਾ ਤੁਕਰੀਮੂਨਲ ਯਤੀਮ। ਅੱਲਾਹ ਫਰਮਾਉਂਦੇ ਕਿ ਜਦ ਤੁਹਾਡੇ ਦਰਵਾਜ਼ੇ ਤੇ ਕੋਈ ਯਤੀਮ ਆਏ, ਮੰਗਣ ਵਾਲਾ ਆਏ, ਗਰੀਬ ਆਏ, ਫਰਮਾਉਂਦੇ ਕਿ ਇਹਨੂੰ ਇੱਜ਼ਤ ਦੇਣੀ ਹੈ ਜੀ ਜੀ ਜੀ। ਕੁਰਾਨ ਨੇ ਕਿਹਾ ਵੀ ਇਹਨੂੰ ਸਨਮਾਨ ਦੇਣਾ। ਸਨਮਾਨ ਕਿੱਦਾਂ ਦੇਣਾ ਜੀ? ਹੁਣ ਜਿਹਨੂੰ ਇੱਜ਼ਤ ਦੇਣੀ ਹੈ ਨਾ, ਉਹਨੂੰ ਬੂਹਾ ਖੋਲ ਕੇ ਇੱਥੇ ਬਿਠਾਣਾ ਨਹੀਂ। ਬਿਲਕੁਲ ਬਿਲਕੁਲ। ਜਦ ਉਹਨੂੰ ਇੱਥੇ ਬਿਠਾਣਾ ਤੇ ਸਾਹਮਣੇ ਚਾਹ ਪਾਣੀ ਰੱਖਣੀ ਕਿ ਨਹੀਂ ਰੱਖਣੀ? ਬਿਲਕੁਲ ਰੱਖਣੀ। ਫਿਰ ਉਹਦੀ ਜੋ ਜ਼ਰੂਰਤ ਹੋਊਗੀ ਪੂਰੀ ਕਰਨੀ। ਕੁਰਾਨ ਨੇ ਫਲਸਫਾ ਹੀ ਬਦਲਤਾ। ਉਹ ਕਹਿੰਦਾ ਜੀ ਗਰੀਬ ਨੂੰ ਬੇਇੱਜ਼ਤੀ ਨਹੀਂ ਕਰਨੀ। ਗਰੀਬ ਤਾਂ ਸਭ ਤੋਂ ਪਹਿਲਾਂ ਦੁਨੀਆ ਰੋਟੀ ਦੀ ਨਹੀਂ ਭੁੱਖੀ, ਦੁਨੀਆ ਕੱਪੜੇ ਦੀ ਨਹੀਂ ਭੁੱਖੀ। ਹਰ ਬੰਦੇ ਕੋ ਸਭ ਕੁਝ ਹੈ, ਲੇਕਿਨ ਉਹ ਚਾਹੁੰਦਾ ਹੈ ਕਿ ਮੁਹੱਬਤ ਦੇ 2 ਬੋਲ ਹੋਣ, ਮੇਰਾ ਸਤਿਕਾਰ ਹੋਵੇ। ਜਿਸ ਮੁਕਾਮ ਤੇ ਉਹ ਹੈ ਉਹ ਉੱਥੇ ਇੱਜ਼ਤ ਚਾਹੁੰਦਾ, ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ। ਕੁਰਾਨ ਪਾਕ ਨੇ ਫਲਸਫਾ ਹੀ ਬਦਲਤਾ। ਕੁਰਾਨ ਪਾਕ ਕਹਿੰਦਾ ਵੀ ਦੇਣਾ ਤਾਂ ਰੋਟੀ ਵੀ ਹੈ, ਕੱਪੜੇ ਵੀ ਦੇਣੇ, ਪੈਸੇ ਵੀ ਦੇਣੇ, ਸਭ ਕਿਰਾਇਆ ਵੀ ਇਹਨੂੰ ਦੇਣਾ, ਲੇਕਿਨ ਜਦ ਅਸੀਂ ਇਹਨੂੰ ਸਨਮਾਨ ਦੇਵਾਂਗੇ ਤਾਂ ਫਿਰ ਸਭ ਕੁਝ ਹੀ
ਦੇ ਦਿੱਤਾ। ਇਹਨੂੰ ਮਿਲ ਜਾਏਗਾ। ਤੇ ਇਸ ਲਈ ਰਮਜ਼ਾਨ ਸ਼ਰੀਫ ਦਾ ਜਿਹੜਾ ਮਹੀਨਾ ਹੈ ਇਹ ਨਜ਼ੂਲੇ ਕੁਰਾਨ ਦਾ ਮਹੀਨਾ ਹੈ। ਇਸ ਮਹੀਨੇ 'ਚ ਅੱਲਾਹ ਤਾਲਾ ਨੇ ਕੁਰਾਨ ਪਾਕ ਨੂੰ ਨਾਜ਼ਿਲ ਕੀਤਾ ਔਰ ਕੁਰਾਨ ਪਾਕ ਨੇ ਜਿਹੜੀ ਸਿੱਖਿਆਵਾਂ ਜਿਹੜੀਆਂ ਸਾਨੂੰ ਦਿੱਤੀਆਂ ਔਰ ਰੋਜ਼ਾ ਰੱਖਣ ਦਾ ਹੁਕਮ ਵੀ ਇसी ਕੁਰਾਨ ਸ਼ਰੀਫ ਦੇ ਵਿੱਚ ਨਾਜ਼ਿਲ। ਯਾਨੀ ਕਿ ਇਸ ਮਹੀਨੇ ਦੇ ਵਿੱਚ ਮੁਹੰਮਦ ਸਾਹਿਬ ਦੇ ਅੰਦਰ ਉਤਾਰਾ ਹੋਇਆ ਹੈ ਜੀ ਕੁਰਾਨ ਸ਼ਰੀਫ ਦਾ, ਤਾਂ ਕਿ ਉਹ ਸਾਰੀ ਦੁਨੀਆ ਨੂੰ ਸਹੀ ਰਸਤਾ ਵਿਖਾ ਸਕਣ ਕਿ ਅੱਲਾਹ ਦੇ ਵੱਲੋਂ ਕੀ ਹੁਕਮ ਦਿੱਤਾ ਜਾ ਰਿਹਾ ਹੈ। ਹੁਣ ਅਸੀਂ ਵੱਧਦੇ ਹਾਂ ਕਿਉਂਕਿ ਹੁਣ ਅਸੀਂ ਈਦ ਦੀਆਂ ਸੇਵਈਆਂ ਵੀ ਖਾਣੀਆਂ ਨੇ ਨਾ, ਈਦ ਉਲ ਫਿਤਰ ਵੱਲ ਵੱਧ ਰਹੇ ਹਾਂ। ਸੋ ਈਦ ਉਲ ਫਿਤਰ ਦਾ ਜੋ ਦਿਨ ਹੈ ਉਹ ਕਿਸ ਦਿਨ ਆ ਰਿਹਾ ਹੈ? ਇੱਦਾਂ ਹੈ ਕਿ ਜਿਹੜੇ ਰਮਜ਼ਾਨ ਹੈ ਇਹਨੂੰ 3 ਅਸ਼ਰਿਆਂ ਦੇ ਵਿੱਚ ਵੰਡਿਆ ਗਿਆ ਜੀ। ਅਸ਼ਰਾ ਕਹਿੰਦੇ ਅਸੀਂ 10 ਦਿਨਾਂ ਨੂੰ, ਅਰਬੀ ਦੇ ਵਿੱਚ ਉਹਦਾ ਮਤਲਬ ਜੀ ਜਿਹੜਾ 10 ਦਿਨ ਹੁੰਦੇ ਉਹਨੂੰ ਅਸੀਂ ਇੱਕ ਅਸ਼ਰਾ। ਰਮਜ਼ਾਨ 3 ਅਸ਼ਰਿਆਂ 'ਚ ਜੀ। ਪਹਿਲਾ ਅਸ਼ਰਾ ਜਿਹੜਾ ਹੈ ਰਹਿਮਤ ਦਾ ਅਸ਼ਰਾ ਹੈ, ਮਤਲਬ ਖੁਦਾ ਤਾਲਾ ਦੀ ਜਿੰਨੀਆਂ ਰਹਿਮਤਾਂ ਤੁਸੀਂ ਸਮੇਟ ਸਕਦੇ ਹੋ। ਦੂਸਰਾ ਅਸ਼ਰਾ ਜਿਹੜਾ ਹੈ ਮਗਫਿਰਤ ਦਾ, ਮਗਫਿਰਤ ਅਸੀਂ ਕਹਿੰਦੇ ਵੀ ਮਾਫੀ ਮੰਗਣੀ ਚਾਹੀਦੀ। ਤੀਸਰਾ ਅਸ਼ਰਾ ਜਿਹੜਾ ਹੈ ਉਹ ਜਹੰਨਮ ਤੋਂ ਆਜ਼ਾਦੀ ਦਾ ਜੀ। ਇੱਕ ਗੱਲ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਮੁਸਲਮਾਨ ਨੇ ਜਾਂ ਜਿਹੜੇ ਇਮਾਮ ਹੁੰਦੇ ਮਸਜਿਦਾਂ ਦੇ ਵਿੱਚ ਹਰੇਕ ਨਮਾਜ਼ ਦੇ ਵਿੱਚ ਇੱਕ ਦੁਆ ਕੀਤੀ ਜਾਂਦੀ ਹੈ, ਸਾਰੀਆਂ ਦੁਆਵਾਂ ਨਾਲ, ਜਿੱਥੇ ਸਿਹਤ ਮੰਗੀ ਦੀ ਹੈ, ਅੱਛੀ ਸੁਖ ਸ਼ਾਂਤੀ ਮੰਗੀ ਦੀ ਹੈ, ਦੇਸ਼ ਦਾ ਭਲਾ ਮੰਗੀਦਾ ਹੈ, ਭਾਈਚਾਰਾ ਮੰਗੀਦਾ ਹੈ। ਉੱਥੇ ਅਸੀਂ ਬਾਰ-ਬਾਰ ਦੁਆ ਕਰਦੇ ਹਾਂ ਕਿ ਅੱਲਾ ਜਦੋਂ ਸਾਡੀ ਮੌਤ ਆਏ ਤੇ ਪਹਿਲੇ ਕਲਮੇ ਦੇ ਮੁਤਾਬਕ ਆਏ ਜੀ। ਔਰ ਅਸੀਂ ਮਰਨ ਤੋਂ ਬਾਅਦ ਕਿ ਜਦ ਤੱਕ ਤੁਹਾਨੂੰ ਇਹ ਪਤਾ ਹੋਏ ਕਿ ਮਰਨ ਤੋਂ ਬਾਅਦ ਵੀ ਕੋਈ ਐਸੀ ਅਦਾਲਤ ਹੈ ਜਿੱਥੇ ਜਵਾਬ ਦੇਣਾ ਹੈ ਤੇ ਤੁਹਾਨੂੰ ਫਿਕਰ ਹੁੰਦੀ ਵੀ ਜ਼ਿੰਦਗੀ ਅੱਛੀ ਗੁਜ਼ਰੇ ਜੀ 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 ਜੀ। ਤੇ ਰਮਜ਼ਾਨ ਦੇ 3 ਅਸ਼ਰੇ ਜਿਹੜੇ ਨੇ ਇਹਨਾਂ ਨੂੰ ਤਕਸੀਮ ਕੀਤਾ ਗਿਆ, ਪਹਿਲੇ ਨੂੰ ਰਹਿਮਤ, ਦੂਸਰੇ ਨੂੰ ਮਗਫਿਰਤ ਔਰ ਤੀਸਰੇ ਨੂੰ ਜਹੰਨਮ ਤੋਂ ਆਜ਼ਾਦੀ ਦਾ। ਤੇ ਉਹ ਤੀਸਰੇ ਅਸ਼ਰੇ ਦੇ ਵਿੱਚ ਜਿਹੜਾ ਹੈ ਅਸੀਂ ਇਹ ਮੰਗ ਸਕਦੇ ਹਾਂ ਅੱਲਾਹ ਤਾਲਾ ਤੋਂ ਕਿ ਵੀ ਇਹ ਜਿਹੜੀ ਸਾਡੀ ਆਉਣ ਵਾਲੀ ਜ਼ਿੰਦਗੀ ਹੈ, ਮਤਲਬ ਮਰਨ ਤੋਂ ਬਾਅਦ ਜਿਹੜਾ ਸਾਡਾ ਸਾਹਮਣਾ ਹੋਣਾ ਹੈ, ਅਦਾਲਤ ਦੇ ਵਿੱਚ ਜਾਣਾ, ਤੁਹਾਡੇ ਹਜ਼ੂਰ ਪੇਸ਼ ਹੋਣਾ, ਕਿ ਉਦੋਂ ਸਾਡੇ ਨਾਲ ਕੋਈ ਸਖਤੀ ਜਿਹੜੀ ਹੈ ਨਾ ਹੋਵੇ। ਇਹ ਤਿੰਨੋਂ ਅਸ਼ਰਿਆਂ ਦੇ ਵਿੱਚ ਪਾਬੰਦੀ ਦੇ ਨਾਲ ਰੋਜ਼ੇਦਾਰ ਜਿਹੜਾ ਹੈ ਉਹ ਐਸੇ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਿਹਦੇ ਨਾਲ ਉਹਦੇ ਦਿਲ ਨੂੰ ਤਸੱਲੀ ਹੋ ਜਾਏ ਕਿ ਮੈਂ ਖੁਦਾ ਨੂੰ ਰਾਜ਼ੀ ਕਰ ਰਿਹਾ। ਅੱਛਾ, ਜਿਹੜਾ ਤੀਸਰਾ ਅਸ਼ਰਾ ਹੈ ਨਾ ਜੀ ਸਾਡਾ ਜੀ, ਉਹਦੀ ਜਿਹੜੀ 29 ਤਰੀਕ ਹੋਏਗੀ, ਯਾਨੀ 29ਵਾਂ ਰੋਜ਼ਾ ਜਿੱਦਣ ਹੋਏਗਾ ਹਾਂਜੀ, ਉਹਨੂੰ ਅਸੀਂ ਕਹਿੰਦੇ ਵੀ ਚਾਂਦ ਰਾਤ ਹੈ। ਚਾਂਦ ਰਾਤ, ਨਵਾਂ ਚੰਦ ਦੇਖਿਆ, ਨਵਾਂ ਚੰਦ ਨਜ਼ਰ ਆਉਣਾ। ਅੱਛਾ, ਚਾਂਦ ਰਾਤ ਦੇ ਵੀ ਅਲੱਗ ਹੀ ਨਜ਼ਾਰੇ ਬਿਲਕੁਲ। ਨਿਆਣਿਆਂ ਨੂੰ ਹੁੰਦਾ ਵੀ ਅੰਮੀ ਅੱਬਾ ਕੋ ਜਿੰਨੇ ਪੈਸੇ ਮਿਲ ਜਾਣ ਤੇ ਘੱਟ ਹੈ ਤੇ ਘਰ 'ਚ ਹੁੰਦਾ ਵੀ ਈਦ ਤੋਂ ਪਹਿਲਾਂ ਸਾਰੀ ਸਮਾਨ ਜਿਹੜਾ ਤਿਆਰ ਹੋ ਜਾਵੇ। ਮਹਿਮਾਨਾਂ ਦੀ ਆਮਦ ਹੁੰਦੀ ਹੈ, ਜਿਹਨਾਂ ਦੀ ਬੇਟੇ ਬੱਚੇ ਵਿਆਹੇ ਹੁੰਦੇ, ਅਗਲਾ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਹੁੰਦਾ। ਤੇ ਮੈਂ ਸਮਝਦਾ ਈਦ ਨਾਲੋਂ ਵੀ ਜ਼ਿਆਦਾ ਖੁਸ਼ੀ ਚਾਂਦ ਰਾਤ ਨੂੰ ਲੋਕਾਂ ਨੂੰ ਹੋਈ ਹੁੰਦੀ ਵੀ ਸਾਰੀ ਰਾਤ ਸ਼ਾਪਿੰਗ ਵੀ ਕਰਨੀ ਹੈ, ਵੀ ਸਵੇਰ ਨੂੰ ਈਦ ਹੈ। ਔਰ ਕੋਸ਼ਿਸ਼ ਇਹ ਕੀਤੀ ਜਾਂਦੀ ਵੀ ਹਰ ਘਰ 'ਚ ਵੀ ਜਿਹੜੇ ਉਹਨਾਂ ਦੇ ਮਾਤਹਿਤ ਲੋਕ ਨੇ, ਜਿਹੜੇ ਮੁਲਾਜ਼ਮੀਨ ਨੇ, ਕਿ ਵੀ ਉਹ ਚਾਂਦ ਰਾਤ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ। ਹੁਣ ਚਾਂਦ ਰਾਤ ਜਿਹੜੀ ਹੈ ਉਹ 29ਵਾਂ ਰੋਜ਼ਾ ਜਿੱਦਣ ਅਫਤਾਰੀ ਕਰਨੀ ਹੈ ਜੀ। ਅਫਤਾਰੀ ਅਸੀਂ ਕਹਿੰਦੇ ਸ਼ਾਮ ਦੇ ਟਾਈਮ ਦੇ ਖਾਣੇ ਨੂੰ। ਅਫਤਾਰੀ ਦਾ ਤੁਹਾਨੂੰ ਇੱਕ ਚੁਟਕਲਾ ਸੁਣਾਦਾ। ਇੱਕ ਬੰਦਾ ਵਕਤ ਬੜਾ ਬਹੁਤ ਛੋਟਾ ਜਿਹਾ, ਇੱਕ ਬੰਦੇ ਨੇ ਰੋਜ਼ਾ ਨਹੀਂ ਰੱਖਿਆ, ਉਹਨੇ ਫੋਨ ਕੀਤਾ ਘਰ, ਕਹਿਣ ਲੱਗਾ ਬੇਗਮ ਰਾਤ ਸ਼ਾਮ ਨੂੰ ਅਫਤਾਰੀ 'ਚ ਕੀ ਬਣਾ ਰਹੇ ਹੋ? ਉਹ ਕਹਿੰਦੇ ਤੁਸੀਂ ਤਾਂ ਰੋਜ਼ਾ ਨਹੀਂ ਰੱਖਿਆ। ਕਹਿੰਦਾ ਹੁਣ ਮੈਨੂੰ ਐਡਾ ਵੱਡਾ ਕਾਫਰ ਨਾ ਸਮਝੋ ਕਿ ਰੋਜ਼ਾ ਨਹੀਂ ਰੱਖਿਆ ਤੇ ਅਫਤਾਰੀ ਵੀ ਨਹੀਂ ਕਰਨੀ। ਹਾਂ, ਤੇ ਕਹਿਣ ਦਾ ਮੁਰਾਦ ਇਹ ਹੈ ਕਿ ਜਿਹੜਾ ਈਦ ਦਾ ਦਿਨ ਹੈ ਉਹ 29 ਤਰੀਕ ਨੂੰ ਅਗਰ ਚੰਦ ਨਜ਼ਰ ਆ ਗਿਆ, ਐਤਕੀ 14 ਮਈ ਜੀ ਜੀ, ਅਗਰ ਚੰਦ ਨਜ਼ਰ ਆ ਜਾਂਦਾ 13 ਨੂੰ ਤੇ 14 ਦੀ ਈਦ, 14 ਨੂੰ ਨਜ਼ਰ ਆ ਜਾਂਦਾ ਤੇ 15 ਨੂੰ ਅਸੀਂ ਈਦ ਉਲ ਫਿਤਰ ਮਨਾਵਾਂਗੇ। ਸੋ ਤੁਹਾਡੇ ਵੱਲੋਂ ਸਾਡੇ ਦਰਸ਼ਕਾਂ ਲਈ, ਸਾਰੇ ਡੀਡੀ ਪੰਜਾਬੀ ਦੇ ਦਰਸ਼ਕਾਂ ਲਈ ਜੋ ਬਰਕਤਾਂ ਨੇ, ਜੋ ਖੁਸ਼ੀਆਂ ਨੇ, ਉਹ ਰਹਿਮਤ ਜ਼ਰੂਰ ਕਰੋ। ਮੈਂ ਸਮੂਹ ਦੁਨੀਆ 'ਚ ਵਸਦੇ ਪੰਜਾਬੀ ਭੈਣਾਂ ਭਰਾਵਾਂ ਨੂੰ, ਬਜ਼ੁਰਗਾਂ ਨੂੰ ਕਹਿਣਾ ਚਾਹੁੰਦਾ ਕਿ ਰਮਜ਼ਾਨ ਸ਼ਰੀਫ ਦੇ ਪਵਿੱਤਰ ਮਹੀਨੇ ਦੀ ਡੀਡੀ ਪੰਜਾਬੀ ਦੇ ਰਾਹੀਂ ਮੈਂ ਆਪਣੇ ਵੱਲੋਂ ਅਤੇ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਸਾਹਿਬ ਵੱਲੋਂ ਪਹਿਲਾਂ ਤੁਹਾਨੂੰ ਸਭ ਨੂੰ ਮੁਬਾਰਕਾਂ ਦਿੰਦਾ ਔਰ ਅੱਲਾਹ ਤਾਲਾ ਤੋਂ ਦੁਆ ਕਰਦਾ ਕਿ ਪੰਜਾਬੀ ਆਪਣੀ ਵਿਲੱਖਣ ਪਛਾਣ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਅੱਗੇ ਵਧਣ ਔਰ ਵਸਦੇ ਹੱਸਦੇ ਰਹਿਣ। ਰਮਜ਼ਾਨ ਦਾ ਪਵਿੱਤਰ ਮਹੀਨਾ, ਰੋਜ਼ੇਦਾਰਾਂ ਨੂੰ ਬਹੁਤ ਅਪੀਲ ਹੈ ਕਿ ਕਿਸੇ ਦਾ ਦਿਲ ਨਾ ਦੁਖਾਇਆ ਜਾਏ, ਹਰ ਆਉਣ ਵਾਲੇ ਦੀ ਮਦਦ ਕੀਤੀ ਜਾਏ। 5 ਟਾਈਮ ਦੀ ਨਮਾਜ਼ ਦੀ ਪਾਬੰਦੀ ਦੇ ਨਾਲ ਅਗਰ ਅਸੀਂ ਰੋਜ਼ੇ ਰੱਖਾਂਗੇ ਤੇ ਜ਼ਾਹਿਰ ਜੀ ਗੱਲ ਹੈ ਕਿ ਈਦ ਦੀ ਅਸਲੀ ਖੁਸ਼ੀ ਜਿਹੜੀ ਹੈ ਉਹ ਅਸੀਂ ਮਹਿਸੂਸ ਕਰਾਂਗੇ। ਇਹਨਾਂ ਹੀ ਅੱਖਰਾਂ ਦੇ ਨਾਲ ਇੱਕ ਵਾਰ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਅੱਲਾਹ ਹਾਫਿਜ਼। ਬਹੁਤ ਬਹੁਤ ਸ਼ੁਕਰੀਆ ਔਰ ਤੁਹਾਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ। ਔਰ ਸਾਡੇ ਦਰਸ਼ਕਾਂ ਲਈ ਇਹੀ ਸੰਦੇਸ਼ ਹੈ ਕਿ ਇਹ ਮਤ ਕਹੋ खुदा से मेरी मुश्किलें बड़ी हैं, ये मुश्किलों से कह दो मेरा खुदा बड़ा है। बहुत बहुत मुबारक ਤੁਹਾਨੂੰ ਅੱਜ ਤੋਂ ਹੀ ਇਸ ਮੁਬਾਰਕ ਮਹੀਨੇ ਦੀ।